आप लिहो तुम कथा सुधारी। सतनाम श्री वाहिगुरु साहिब जी। चलो जिकर सिख बहु किस देश, कह सत संगत पाओ विशेष। जिस जिस जो जो देखन कीना, करो सुनावन जस जस चीना। वाहिगुरु जी का खालसा वाहिगुरु जी की फतेह। परम सत्कारयोग सन्मानयोग गुरु की साजी नवाजी साध संगत जी, संध्या ਦੇ ਦੀਵਾਨ ਗੁਰੂ ਸਾਹਿਬਾਂ ਦੀ ਗੋਦ ਵਿੱਚ ਸਜੇ ਹਨ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਜਿਹੜਾ ਸਿੱਖ ਸਵੇਰੇ ਸ਼ਾਮ ਗੁਰਦੁਆਰੇ ਹਾਜ਼ਰੀ ਭਰ ਕੇ ਕਥਾ ਕੀਰਤਨ ਸੁਣਦਾ ਹੈ, ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦਾ ਪਾਠ ਸੁਣਦਾ ਹੈ, ਕੀਰਤਨ ਤੇ ਕਥਾ ਸੁਣਦਾ ਹੈ, ਉਹ ਗੁਰੂ ਕਾ ਸਿੱਖ ਸੱਚਖੰਡ ਜਾਂਦਾ ਹੈ। ਅਮਰਾਪੁਰੀ ਭਾਵ ਪਰਮੇਸ਼ਰ ਦੀ ਪੁਰੀ ਦਾ ਵਾਸੀ ਬਣਦਾ ਹੈ। ਸੋ ਸਾਧ ਸੰਗਤ ਜੀ, ਆਪਾਂ ਗੁਰੂ ਸਾਹਿਬਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬੈਠੇ ਹਾਂ ਤੇ ਗੁਰੂ ਕੀ ਪਵਿੱਤਰ ਪਾਵਨ ਗੁਰਬਾਣੀ ਦਾ ਕੀਰਤਨ ਸੁਣਿਆ। ਹੁਣ ਗੁਰ ਇਤਿਹਾਸ ਦੀ ਕਥਾ, ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਚੱਲ ਰਿਹਾ ਹੈ। ਉਹਨਾਂ ਦੇ ਸਮੇਂ ਜਿਹੜੇ ਸਿੱਖ ਹੋਏ ਨੇ, ਬੜੇ ਬੜੇ ਕਮਾਈਆਂ ਵਾਲੇ ਗੁਰਸਿੱਖ ਹੋਏ ਨੇ, ਦੇਸਾਂ ਪ੍ਰਦੇਸਾਂ ਤੋਂ ਆ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਿਆ ਕਰਦੇ ਸੀ। ਜਿੱਥੇ ਜਿੱਥੇ ਗੁਰੂ ਸਾਹਿਬ ਸੇਵਾ ਲਾਉਂਦੇ ਸੀ, ਸਿੱਖ ਸੇਵਾ 'ਚ ਪਹੁੰਚਦੇ ਸੀ। ਗੁਰੂ ਅਰਜਨ ਦੇਵ ਜੀ ਨੇ ਬੜੇ ਸਰੋਵਰ ਬਣਾਏ, ਬੌਲੀਆਂ ਬਣਾਈਆਂ, ਨਗਰ ਵਸਾਏ, ਲੰਗਰ ਲਾਏ, ਦੁਨੀਆ ਦੇ ਭਲੇ ਦਾ ਕੰਮ ਕੀਤਾ। ਸਾਧ ਸੰਗਤ ਜੀ, ਇਸ ਦੁਨੀਆ ਦੇ ਲੋੜ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਦੀ ਹੈ? ਇੱਕ ਪਾਣੀ ਦੀ ਹੈ, ਇੱਕ ਰੋਟੀ ਦੀ ਹੈ। ਆਪਾਂ ਜਿੰਨੇ ਵੀ ਭੱਜੇ ਫਿਰਦੇ, ਸਾਰੀ ਦੁਨੀਆ ਰੋਟੀ ਪਾਣੀ ਵਾਸਤੇ ਦੌੜ ਭੱਜ ਕਰਦੇ ਆ। ਰੋਟੀ ਖਾਣ ਨੂੰ ਮਿਲੇ, ਪਾਣੀ ਪੀਣ ਨੂੰ ਮਿਲੇ, ਰਹਿਣ ਵਾਸਤੇ ਘਰ ਹੋਵੇ ਤੇ ਕੱਪੜਾ ਹੋਵੇ। ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਬੰਦੇ ਦੀਆਂ, ਜਿਹੜੀਆਂ ਬਹੁਤ ਸਾਨੂੰ ਚਾਹੀਦੀਆਂ ਨੇ ਚੀਜ਼ਾਂ, ਉਹ ਇਹੀ ਨੇ ਮੇਨ। ਫਿਰ ਸਾਨੂੰ ਵਿੱਦਿਆ ਚਾਹੀਦੀ ਹੈ, ਫਿਰ ਸਾਡੇ ਮਨ ਨੂੰ ਸ਼ਾਂਤੀ ਚਾਹੀਦੀ ਹੈ। ਇਹ ਸਾਰਾ ਕੁਝ ਗੁਰੂ ਤੋਂ ਮੰਗਣਾ, ਦੁੱਧ ਪੁੱਤ ਮੰਗਣਾ, ਜੋ ਵੀ ਮੰਗਣਾ ਗੁਰੂ ਨੇ ਦੇਣਾ। ਜੋ ਮੰਗੇ ਠਾਕਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਕਿਉਂਕਿ ਗੁਰੂ ਸਾਰਿਆਂ ਦੀ ਇੱਛਾ ਪੂਰੀ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ। ਸਤਨਾਮ ਸ੍ਰੀ ਵਾਹਿਗੁਰੂ ਜਪੋ, ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਸਾਰਾ ਕੁਝ ਦਿੱਤਾ, ਦੁੱਧ ਪੁੱਤ ਦਿੱਤਾ। ਸਤਿਗੁਰਾਂ ਨੇ ਸਾਨੂੰ ਨਗਰ ਵਸਾ ਕੇ ਦਿੱਤੇ, ਸਰੋਵਰ ਬਣਾ ਕੇ ਦਿੱਤੇ। ਤਰਨਤਾਰਨ ਸਾਹਿਬ ਦਾ ਸਰੋਵਰ ਬਣਾਇਆ, ਅੰਮ੍ਰਿਤਸਰ ਦਾ ਸਰੋਵਰ ਬਣਾਇਆ, ਦੁਆਬੇ 'ਚ ਜਲੰਧਰ ਦੇ ਲਾਗੇ ਕਰਤਾਰਪੁਰ ਸਾਹਿਬ ਨਗਰ ਵਸਾ ਕੇ ਗੰਗਸਰ ਖੂਹ ਬਣਾਇਆ ਬੜਾ ਵੱਡਾ। ਦੁਆਬੇ ਵਿੱਚ ਡੱਲੇ ਪਿੰਡ 'ਚ ਬੌਲੀ ਬਣਵਾਈ। ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਵੀ ਮਹਾਰਾਜ ਨੇ ਉੱਥੇ ਵੀ ਬੌਲੀਆਂ ਬਣਵਾਈਆਂ, ਲੰਗਰ ਲਾਏ। ਪੰਜਾਬ ਹਿੰਦੁਸਤਾਨ ਕੋਨੇ ਕੋਨੇ ਦੀ ਇਨਸਾਨੀਅਤ ਨੂੰ, ਮਨੁੱਖਤਾ ਨੂੰ ਐਸੇ ਉਪਦੇਸ਼ ਦਿੱਤੇ, ਐਸੀਆਂ ਬਖਸ਼ਿਸ਼ਾਂ ਕੀਤੀਆਂ। ਸਭ ਮਾਲਾ ਮਾਲ ਹੋ ਗਏ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਸਿੱਖ। ਜਿਹੜੇ ਗੁਰਸਿੱਖ ਅਧਿਆਤਮਿਕ ਤੌਰ ਤੇ ਕੁਝ ਜਾਣਨਾ ਚਾਹੁੰਦੇ ਸੀ, ਉਹਨਾਂ ਨੂੰ ਅਧਿਆਤਮਿਕ ਤੌਰ ਤੇ ਉੱਚੀ ਪੱਧਰ ਤੇ ਪਹੁੰਚਾਇਆ। ਕਿਉਂਕਿ ਅਸਲੀ ਨਿਸ਼ਾਨਾ ਤਾਂ ਗੁਰੂ ਸਾਹਿਬ ਦਾ ਇਹੀ ਹੈ ਕਿ ਸਾਰਿਆਂ ਦੀ ਕਲਿਆਣ ਹੋਵੇ, ਸਭ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਭ ਦਾ ਭਲਾ ਹੋਵੇ।
कोई इंसान दुनिया ते आया ਉਹਦੀ जात नहीं पुछनी, हिंदू है मुसलमान है कोई भी इंसान है, ਉਹਦਾ भला करो। ये गुरु नानक देव जी ने सिखाया, गुरु अर्जन देव जी ने सिखाया। पंजवें पातशाह महाराज धन गुरु अर्जन देव जी की कथा सरवण करिए, प्यार नाल आखिए सतनाम श्री वाहिगुरु साहिब जी, सतनाम श्री वाहिगुरु साहिब जी। कितक सिख श्री गुरु सो कह। एक दिन की गल है, गुरु महाराज को जिक्र चलिया भी गुरु जी देश बड़े ने, किहड़े देश सिख ज्यादा ने, किहड़े देश सिੱਖੀ घट है, किहड़े देश में सिੱਖੀ बहुती है। ये गल जदों चली ਤਾਂ ਕੁਝ ਸਿੱਖ ਮਹਾਰਾਜ ਨੂੰ ਕਹਿਣ ਲੱਗੇ, ਦੇਸ਼ ਗਿਰਨ ਕਸ਼ਮੀਰ ਜੋ ਅਹ। ਕਹਿੰਦੇ ਜਿਹੜਾ ਪਹਾੜ ਦਾ ਇਲਾਕਾ ਹੈ ਨਾ, ਪਹਾੜ ਦੇ ਇਲਾਕੇ 'ਚ ਇੱਕ ਦੇਸ਼ ਹੈ ਕਸ਼ਮੀਰ। ਕਸ਼ਮੀਰ ਸਾਧ ਸੰਗਤ ਜੀ ਕਸ਼ਪ ਰਿਸ਼ੀ ਦੇ ਨਾਂ ਤੋਂ ਵਸਿਆ। ਕਸ਼ਪ ਰਿਸ਼ੀ ਹੋਇਆ ਲੱਖਾਂ ਸਾਲ ਪਹਿਲਾਂ, ਉਹਦੇ ਤੋਂ ਕਹਿੰਦੇ ਨੇ ਇਹ ਜਗ੍ਹਾ ਦਾ ਨਾਮ ਕਸ਼ਮੀਰ ਪੈ ਗਿਆ। ਕਸ਼ਪ ਰਿਸ਼ੀ ਨੇ ਉੱਥੇ ਪਹਿਲਾਂ ਕਹਿੰਦੇ ਬਰਫ਼ ਜੰਮੀ ਹੋਈ ਸੀ ਪਹਾੜਾਂ ਦੇ ਵਿੱਚ, ਉਸ ਬਰਫ਼ ਨੂੰ ਕੱਟਿਆ, ਕੱਟ ਕੇ ਉਹਦੇ ਦਰਿਆ ਬਣਾਏ, ਜੇਹਲਮ ਤੇ ਰਾਵੀ ਤੇ ਚਨਾਬ, ਇਹ ਦਰਿਆ ਉੱਥੋਂ ਕੱਢੇ ਪਹਾੜਾਂ ਚੋਂ ਕਸ਼ਮੀਰ ਚੋਂ। ਉਹ ਪਾਣੀ ਸਾਰਾ ਉੱਥੋਂ ਕੱਢ ਕੇ, ਜਿੱਥੇ ਅੱਜ ਕੱਲ੍ਹ ਸ੍ਰੀਨਗਰ ਹੈ ਨਾ, ਤੁਸੀਂ ਕਦੀ ਕਸ਼ਮੀਰ ਜਾਓ, ਆਲੇ ਦੁਆਲੇ ਪਹਾੜ ਹਨ, ਕੋਈ 1000 ਕਿਲੋਮੀਟਰ ਪਹਾੜ ਹੀ ਪਹਾੜ। ਐਨ ਵਿਚਕਾਰ ਚਲੇ ਜਾਓ, ਉੱਥੇ ਕੋਈ 100-150 ਮੀਲ ਪੱਧਰਾ ਹੈ, ਆਲੇ ਦੁਆਲੇ ਪਹਾੜ, ਵਿੱਚ ਪੱਧਰੀ ਥਾਂ। ਉੱਥੇ ਸ਼ਹਿਰ ਵਸਿਆ ਸ੍ਰੀਨਗਰ, ਬੜੀ ਸੋਹਣੀ ਆਬਾਦੀ ਹੈ, ਬੜਾ ਸੋਹਣਾ ਸ਼ਹਿਰ ਹੈ, ਤੇ ਬਾਗ ਬਗੀਚੇ ਬੜੇ ਨੇ। ਤੇ ਬਾਦਸ਼ਾਹ ਜਹਾਂਗੀਰ ਨੇ ਵੀ ਉੱਥੇ ਇੱਕ ਅਨਾਰਕਲੀ ਬਾਗ ਲਵਾਇਆ, ਇਸੇ ਤਰ੍ਹਾਂ ਚਹਾਰੇ ਬਾਗ ਉੱਥੇ ਬਾਗ ਲਵਾਇਆ। ਫਿਰ ਉੱਥੇ ਆ ਜਿਹੜਾ ਕੇਸਰ ਹੁੰਦਾ, ਕੇਸਰ ਦੀਆਂ ਕਿਆਰੀਆਂ ਨੇ ਉੱਥੇ। ਸਾਰੀ ਦੁਨੀਆ 'ਚ 1-2 ਥਾਵਾਂ ਤੇ ਕੇਸਰ ਹੁੰਦਾ, ਜਾਂ ਯੂਨਾਨ 'ਚ ਹੁੰਦਾ ਜਾਂ ਉੱਥੇ ਹੁੰਦਾ। ਔਰ ਕੇਸਰ ਦੀ ਜਿਹੜੀ ਉੱਥੇ ਕਿਆਰੀਆਂ ਨੇ, ਖੇਤ ਨੇ, ਉਹ ਕੋਈ ਬਹੁਤੇ ਲੰਮੇ ਚੌੜੇ ਨਹੀਂ, ਬਸ ਸਿਰਫ 10-20 ਕਿੱਲੇ ਹੀ ਹੈ। ਉਹ ਇੰਨੀ ਕੁ ਧਰਤੀ ਜਿੱਥੇ ਕੇਸਰ ਹੁੰਦਾ, ਉਹ ਵੀ ਅਸੀਂ ਜਗ੍ਹਾ ਦੇਖੀ ਹੈ। ਜੰਮੂ ਤੋਂ ਜਦੋਂ ਸ੍ਰੀਨਗਰ ਨੂੰ ਜਾਓ ਤੇ ਸ਼ਹਿਰ ਤੋਂ ਪਹਿਲਾਂ ਹੀ ਉਹ ਜਗ੍ਹਾ ਆ ਜਾਂਦੀ ਹੈ, ਲਾਲ ਧਰਤੀ, ਉੱਥੇ ਕੇਸਰ ਹੁੰਦਾ। ਕਸ਼ਪ ਰਿਸ਼ੀ ਨੇ ਵਸਾਇਆ, ਇਸ ਕਰਕੇ ਨਾਮ ਬਣ ਗਿਆ ਕਸ਼ਮੀਰ। ਪਹਾੜੀ ਇਲਾਕਾ ਹੈ ਤੇ ਕਸ਼ਮੀਰੀ ਪੰਡਤ ਬੜੇ ਰਹਿੰਦੇ। ਹੁਣ ਵੀ ਉੱਥੇ ਬਾਹਮਣ ਰਹਿੰਦੇ, ਪਰ ਉਦੋਂ ਬਹੁਤ ਜ਼ਿਆਦਾ ਸੀਗੇ। ਜਦੋਂ ਗੁਰੂ ਸਾਹਿਬ ਗਏ ਨੇ ਨਾ, ਉਦੋਂ ਬ੍ਰਾਹਮਣ ਬਹੁਤ ਸੀਗੇ। ਔਰੰਗਜ਼ੇਬ ਨੇ ਉਹਨਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਦਿੱਤਾ। ਹੁਣ ਮੁਸਲਮਾਨ ਜਿਹੜੇ ਉੱਥੇ ਹਨ, ਉਹ ਪਹਿਲਾਂ ਬਾਹਮਣ ਸੀਗੇ, ਔਰੰਗਜ਼ੇਬ ਦੇ ਸਮੇਂ ਤੋਂ ਉਹ ਮੁਸਲਮਾਨ ਬਣੇ ਹੋਏ ਨੇ। ਜਿਹੜੇ ਧਰਮ 'ਚ ਪੱਕੇ ਰਹਿ ਗਏ ਉਹ ਵੀ ਉੱਥੇ ਹਨ। ਉਹ ਕਸ਼ਮੀਰ ਦੀ ਗੱਲ ਚੱਲੀ ਗੁਰੂ ਅਰਜਨ ਦੇਵ ਜੀ ਦੇ ਕੋਲ ਕਿ ਮਹਾਰਾਜ ਕਸ਼ਮੀਰ ਦੇ ਵਿੱਚ ਤਰਕਤ ਪੰਡਿਤ ਤਹਾਂ ਮਹਾਨੀ, ਉੱਥੇ ਜਿਹੜੇ ਵਿਦਵਾਨ ਬ੍ਰਾਹਮਣ ਹਨ, ਪੰਡਿਤ ਹਨ, ਉਹਨਾਂ ਨੂੰ ਵਿਦਿਆ ਬਹੁਤ ਆਉਂਦੀ ਹੈ, ਪੜ੍ਹੇ ਲਿਖੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਹਨ। ਉਹ ਗੁਰਬਾਣੀ ਤੇ ਗੁਰਸਿੱਖੀ ਦੇ ਤਰਕ ਕਰਦੇ ਹਨ, ਤਰਕਾਂ ਸ਼ੰਕੇ ਕਰਦੇ ਹਨ। ਉਹ ਪੜ੍ਹਨ ਦੇਤ ਨਹਿ ਸਤਿਗੁਰ ਬਾਣੀ, ਗੁਰੂ ਦੀ ਬਾਣੀ ਨਹੀਂ ਪੜ੍ਹਨ ਦਿੰਦੇ। ਸਿੱਖ ਬਾਣੀ ਪੜ੍ਹਦੇ ਨੇ, ਉਹ ਪੰਡਿਤ ਕਹਿੰਦੇ ਤੁਸੀਂ ਬਾਣੀ ਕਿਉਂ ਪੜ੍ਹਦੇ ਹੋ? ਇਹ ਬਾਣੀ ਤਾਂ ਬੰਦੇ ਦੀ ਬਣਾਈ ਹੋਈ ਹੈ, ਸਾਡੀ ਦੇਵਤਿਆਂ ਵਾਲੀ ਬਾਣੀ ਪੜ੍ਹੋ, ਸੰਸਕ੍ਰਿਤ ਪੜ੍ਹੋ, ਵੇਦ ਸ਼ਾਸਤਰ ਪੜ੍ਹੋ। ਤੇ ਮਹਾਰਾਜ ਉਹ ਗੁਰਬਾਣੀ ਤੇ ਤਰਕਾਂ ਕਰਦੇ ਹਨ। ਸੰਸਕ੍ਰਿਤ ਸੁਰਬਾਣੀ ਜਾਣੋ, ਉਹ ਕਹਿੰਦੇ ਨੇ ਸੰਸਕ੍ਰਿਤ ਸੁਰਬਾਣੀ ਜਾਣੋ, ਵੀ ਸੰਸਕ੍ਰਿਤ ਜਿਹੜੀ ਹੈ ਇਹ ਦੇਵਤਿਆਂ ਦੀ ਬਾਣੀ ਹੈ, ਦੇਵਤਿਆਂ ਦੀ ਬਾਣੀ ਸੰਸਕ੍ਰਿਤ ਪੜ੍ਹੋ, ਗੁਰੂ ਕੀ ਬਾਣੀ ਨਾ ਪੜ੍ਹੋ। ਹਾਂਜੀ, ਮਨੁੱਖ ਗਿਰਾ ਭਾਖਾ ਇਹ ਮਾਨੋ, ਇਹ ਜਿਹੜੀ ਗੁਰੂ ਦੀ ਬਾਣੀ ਹੈ ਤੇ ਬੰਦੇ ਦੀ ਬਣਾਈ ਹੋਈ ਹੈ, ਇਹ ਤੇ ਮਨੁੱਖੀ ਬੋਲੀ ਵਿੱਚ ਹੈ, ਆਮ ਬੋਲੀ ਵਿੱਚ ਹੈ, ਇਹਨੂੰ ਨਾ ਪੜ੍ਹੋ। ਤੇ ਤੁਸੀਂ ਬਾਣੀ ਪੜ੍ਹੋ ਦੇਵਤਿਆਂ ਦੀ, ਸੰਸਕ੍ਰਿਤ ਪੜ੍ਹੋ। ਹਾਂਜੀ, ਇਹ ਸਿੱਖੋ ਤੁਸੀਂ ਕਿਉਂ ਗੁਰਬਾਣੀ ਪੜ੍ਹਦੇ ਹੋ, ਛੱਡੋ ਗੁਰਬਾਣੀ ਪੜ੍ਹਨੀ।
ਗੁਰਬਾਣੀ ਛੱਡ ਕੇ ਗੀਤਾ ਪੜ੍ਹੋ ਜਾਂ ਵੇਦ ਸ਼ਾਸਤਰ ਪੜ੍ਹੋ, ਇਹ ਗੁਰਬਾਣੀ ਦਾ ਤੁਹਾਨੂੰ ਕੀ ਫਲ ਮਿਲੇਗਾ? ਭਾਵ ਕੁਛ ਨਹੀਂ ਮਿਲੇਗਾ। ਹਾਂਜੀ, ਨਿਤ ਨਿਮਤ ਕੇ ਕਰਮਨ ਤਿਆਗੇ। ਤੁਸੀਂ ਨਿਤ ਨਿਮਿਤ ਕਰਮ ਵੀ ਛੱਡ ਦਿੱਤੇ ਨੇ। 5 ਪ੍ਰਕਾਰ ਦੇ ਕਰਮਾਂ ਚੋਂ ਨਿਤ ਨਿਮਿਤ ਜਿਹੜੇ ਨੇ ਖਾਸ ਨੇ। ਨਿਤ ਕਰਮ ਉਹ ਹੁੰਦਾ ਜਿਹੜਾ ਰੋਜ਼ ਕਰੀਏ, ਨਿਮਿਤ ਕਰਮ ਉਹ ਹੁੰਦਾ ਜਿਹੜਾ ਕਿਸੇ ਖਾਸ ਅਵਸਰ ਤੇ ਕਰੀਏ, ਜਿਵੇਂ ਸਰਾਧ ਵਗੈਰਾ, ਉਹਨੂੰ ਨਿਮਿਤ ਕਰਮ ਕਹਿੰਦੇ ਨੇ। ਨਿਤ ਕਰਮ ਹੁੰਦੇ ਜਿਹੜੇ ਸਵੇਰੇ ਉੱਠ ਕੇ ਪੂਜਾ ਪਾਠ ਕਰਨੀ, ਸ਼ਾਮ ਦੀ ਪੂਜਾ ਪਾਠ ਕਰਨੀ, ਉਹਨੂੰ ਨਿਤ ਕਰਮ ਕਹਿੰਦੇ ਨੇ। ਜਿਹਨੂੰ ਆਪਾਂ ਨਿਤਨੇਮ ਕਹਿੰਦੇ ਆ, ਬ੍ਰਾਹਮਣ ਨੂੰ ਨਿਤ ਕਰਮ ਕਹਿੰਦੇ ਨੇ। ਨਿਤ ਕਰਮ ਵੀ ਸਿੱਖਾਂ ਨੇ ਛੱਡ ਦਿੱਤਾ ਹੈ, ਤੇ ਗੁਰੂ ਨਾਨਕ ਦੇ ਸਿੱਖਾਂ ਨੇ ਨਿਮਿਤ ਕਰਮ ਵੀ ਛੱਡ ਦਿੱਤੇ ਨੇ। ਵੇਦ ਬਾਣੀ ਵੀ ਛੱਡ ਦਿੱਤੀ ਹੈ। ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋ ਅਤੇ ਨਿਤ ਕਰਮ ਤੁਸੀਂ ਕਰਦੇ ਕੋਈ ਨਹੀਂ। ਸੋ ਤੁਸੀਂ ਭਾਈ ਸਿੱਖੋ, ਇਹ ਗੁਰੂ ਦੀ ਬਾਣੀ ਪੜ੍ਹਨੀ ਛੱਡੋ ਤੇ ਤੁਸੀਂ ਵੇਦ ਸ਼ਾਸਤਰ ਸੰਸਕ੍ਰਿਤ ਭਾਸ਼ਾ ਦੇ ਗ੍ਰੰਥ ਪੜ੍ਹਿਆ ਕਰੋ। ਹਾਂਜੀ, ਇਤਿਆਦਿਕ ਸਭ ਹੋਣ ਸੁਨਾਵੈ। ਇਸ ਤਰ੍ਹਾਂ ਪੰਡਤ ਰੋਜ਼ ਹੀ ਉੱਥੇ ਜਿਹੜੇ ਗੁਰੂ ਕੇ ਸਿੱਖ ਹਨ ਉਹਨਾਂ ਨੂੰ ਟੋਕਦੇ ਰਹਿੰਦੇ ਹਨ। ਕਸ਼ਮੀਰੀ ਸੰਗਤ ਨੂੰ, ਕਸ਼ਮੀਰੀ ਸਿੱਖਾਂ ਨੂੰ ਬ੍ਰਾਹਮਣ ਜੀਣ ਨਹੀਂ ਦਿੰਦੇ। ਰੋਜ਼ ਹੀ ਇਦਾਂ ਦੀਆਂ ਗੱਲਾਂ ਸੁਣਾਉਂਦੇ ਨੇ। ਗੁਰਮਤਿ ਸਿੱਖੀ ਤੇ ਸੋ ਹਟਾਵੈ। ਗੁਰਮਤਿ ਤੋਂ, ਸਿੱਖੀ ਤੋਂ ਹਟਾਉਂਦੇ ਨੇ। ਕਹਿੰਦੇ ਵੀ ਸਿੱਖੋ, ਤੁਸੀਂ ਗੁਰੂ ਦਾ, ਆਪਣੇ ਗੁਰੂ ਦਾ ਸਾਥ ਛੱਡ ਦਿਓ ਤੇ ਜਿਹੜੀ ਪੁਰਾਣੀ ਮਰਜ਼ਾਦਾ ਚੱਲੀ ਆਉਂਦੀ ਉਹ ਹੀ ਮੰਨੋ। ਹਾਂਜੀ, ਸ੍ਰੀ ਅਰਜਨ ਸੁਨ ਸਭਾ ਮਝਾਰਾ। ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿੱਚ ਬੋਲੇ, ਮਾਧੋ ਸੋਢੀ ਨਿਕਟ ਹਕਾਰਾ। ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਪੰਡਤਾਂ ਨੂੰ ਸਮਝਾਵਾਂਗੇ, ਉਹਨਾਂ ਦੇ ਸ਼ੰਕੇ ਦੂਰ ਕਰਾਂਗੇ। ਇਹ ਸੋਚ ਕੇ ਗੁਰੂ ਜੀ ਨੇ ਮਾਧੋ ਸੋਢੀ ਸੱਦ ਲਿਆ। ਮਾਧੋ ਸੋਢੀ ਇੱਕ ਸਿੱਖ ਸੀਗਾ, ਬੜਾ ਵਿਦਵਾਨ, ਗੁਰਬਾਣੀ ਦੀ ਕਥਾ ਕਰਦਾ ਸੀ, ਨਾਮ ਜਪਣ ਵਾਲਾ ਸਾਧੂ ਗੁਰਸਿੱਖ ਸੀਗਾ। ਉਹਦਾ ਨਾਮ ਸੀ ਭਾਈ ਮਾਧੋ। ਗੁਰੂ ਘਰ ਦਾ ਪ੍ਰਚਾਰਕ ਮਾਧੋ ਸੋਢੀ ਨੂੰ ਗੁਰੂ ਜੀ ਨੇ ਸੱਦਿਆ ਆਪਣੇ ਕੋਲ। ਸ੍ਰੀ ਮੁਖ ਤੇ ਫਰਮਾਵਨ ਕੀਨ। ਔਰ ਆਪਣੇ ਪਾਵਨ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਗੁਰਮਤਿ ਮਹਿ ਤੂੰ ਅਹਿ ਪ੍ਰਬੀਨ। ਮਹਾਰਾਜ ਕਹਿਣ ਲੱਗੇ, ਭਾਈ ਮਾਧੋ ਤੁਸੀਂ ਗੁਰਬਾਣੀ ਦੇ ਬੜੇ ਗਿਆਤਾ ਹੋ, ਗੁਰਮਤ ਵਿੱਚ ਤੁਸੀਂ ਸਿਆਣੇ ਵਿਦਵਾਨ ਹੋ, ਤੁਹਾਨੂੰ ਗੁਰਮਤ ਦੀ ਬੜੀ ਸੋਝੀ ਹੈ। ਅਬ ਹਮ ਤੋਹ ਬਚਨ ਕੇ ਮਾਹੀ। ਹੁਣ ਅਸੀਂ ਤੇਰੀ ਰਸਨਾ ਵਿੱਚ ਸੱਤਾ ਪਾ ਰਹੇ ਹਾਂ, ਸ਼ਕਤੀ ਪਾ ਰਹੇ ਹਾਂ। ਸਾਧ ਸੰਗਤ ਜੀ, ਸਿੱਖ ਕੁਛ ਵੀ ਨਹੀਂ ਹੁੰਦਾ ਜੇ ਗੁਰੂ ਕਿਰਪਾ ਨਾ ਕਰੇ ਤੇ। ਗੁਰੂ ਕਿਰਪਾ ਕਰ ਦੇਵੇ, ਸਿੱਖ ਨੂੰ ਬਹੁਤ ਵੱਡੀਆਂ ਤਾਕਤਾਂ ਦੇ ਦੇਵੇ। ਸਾਰੀ ਤਾਕਤ ਗੁਰੂ ਦੇ ਹੱਥ ਵਿੱਚ ਹੈ। ਆਪਣੇ ਸਿੱਖਾਂ ਨੂੰ ਸ਼ਕਤੀ ਦੇ ਦਿੰਦੇ। ਜੋ ਸਿੱਖ ਬਚਨ ਕਰਦੇ ਉਹ ਪੂਰੇ ਹੋ ਜਾਂਦੇ। ਨਾਨਕ ਦਾਸ ਮੁਖਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜਿਹੜਾ ਸਿੱਖ ਦਾਸ ਗੁਰੂ ਦਾ ਪਿਆਰਾ ਰਸਨਾ ਤੋਂ ਬਚਨ ਕਰੇ, ਉਹ ਬਚਨ ਪੂਰਾ ਹੋ ਜਾਵੇ। ਇਹ ਗੁਰੂ ਦੀ ਕਿਰਪਾ ਨਾਲ ਹੁੰਦਾ। ਮਹਾਰਾਜ ਕਹਿੰਦੇ ਤੇਰੇ ਬਚਨਾਂ 'ਚ ਤਾਕਤ ਪਾ ਰਹੇ ਹਾਂ, ਤੇਰੇ ਬਚਨਾਂ 'ਚ ਸ਼ਕਤੀ ਪਾ ਰਹੇ ਹਾਂ। ਜੋ ਤੂੰ ਬੋਲੇਗਾ ਉਹ ਸਾਰੇ ਮੰਨਣਗੇ, ਸਾਰੇ ਸੁਣਨਗੇ, ਸੁਣ ਕੇ ਮੰਨਣਗੇ। ਇਹ ਤੇਰੀ ਰਸਨਾ ਦੇ ਬੋਲ ਬਿਰਥੇ ਨਹੀਂ ਜਾਣਗੇ। ਜੋ ਤੂੰ ਕਹੇਗਾ ਹੋ ਜਾਏਗਾ। ਹਾਂਜੀ, ਪਾਈ ਸ਼ਕਤ ਮਿਟਹਿ ਕਬ ਨਾਹੀ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਮਾਧੋ ਤੇਰੇ ਬਚਨਾਂ 'ਚ ਸ਼ਕਤੀ ਪਾ ਦਿੱਤੀ ਹੈ, ਔਰ ਇਹ ਸ਼ਕਤੀ ਕਿਸੇ ਤੋਂ ਮਿਟਾਇਆ ਮਿਟੇਗੀ ਨਹੀਂ। ਮਿਟੈ ਕਬ ਨਾਹੀ, ਕੋਈ ਇਹਨੂੰ ਮਿਟਾ ਨਹੀਂ ਸਕਦਾ। ਜੋ ਤੂੰ ਬੋਲੇਗਾ ਨਾ ਉਹ ਹੋ ਕੇ ਰਹੇਗਾ। ਹਾਂਜੀ, ਪਰਬਤ ਦਿਖੈ ਦੇਸ਼ ਕਸ਼ਮੀਰ। ਪਹਾੜਾਂ ਦੇ ਵਿੱਚ ਕਸ਼ਮੀਰ ਦੇਸ਼ ਹੈ, ਜਿੱਥੇ ਬਹੁਤ ਵਿਦਵਾਨ ਲੋਕ ਰਹਿੰਦੇ ਹਨ। ਹਾਂਜੀ, ਸਿੱਖੀ ਜਾਏ ਦ੍ਰਿੜਾਵਹੁ ਧੀਰ। ਉਹਨਾਂ ਨੂੰ ਜਾ ਕੇ ਸਿੱਖੀ ਦ੍ਰਿੜ ਕਰਾਓ, ਉਹਨਾਂ ਨੂੰ ਗੁਰਮਤਿ ਦਾ ਉਪਦੇਸ਼ ਦਿਓ, ਉਹਨਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜੋ। ਹਾਂਜੀ, ਗੁਰਮਤਿ ਕੋ ਕੀਜਹਿ ਵਿਸਤਾਰ। ਉੱਥੇ ਗੁਰਮਤਿ ਦਾ ਵਿਸਥਾਰ ਕਰੋ, ਸੱਚੀ ਮੱਤ ਦਿਓ ਉਹਨਾਂ ਨੂੰ, ਉਹਨਾਂ ਦੇ ਭਰਮ ਭੁਲੇਖੇ ਦੂਰ ਕਰੋ। ਹਾਂਜੀ, ਸਿਮਰਹਿ ਸਤਿਨਾਮ ਸੁਖ ਸਾਰ। ਉਹਨਾਂ ਨੂੰ ਐਸਾ ਉਪਦੇਸ਼ ਦਿਓ ਕਿ ਉਹ ਸਤਿਨਾਮ ਸ੍ਰੀ ਵਾਹਿਗੁਰੂ ਜਪਣ,
ਸਿਮਰਨ ਕਰਨ, ਨਾਮ ਜਪ ਕੇ ਉਹਨਾਂ ਦਾ ਕਲਿਆਣ ਹੋਵੇ। ਹਾਂਜੀ। ਸੁਨ ਮਾਧੋ ਪੁਨ ਬਾਕ ਬਖਾਨੇ, ਇਹ ਸੁਣ ਕੇ ਭਾਈ ਮਾਧੋ ਜੀ ਬੋਲੇ, ਤਹਾਂ ਭਗਤ ਕੋ ਵਿਪਰ ਨ ਜਾਣੇ। ਮਹਾਰਾਜ ਜੀ, ਉਹਨਾਂ ਬ੍ਰਾਹਮਣਾਂ ਨੂੰ ਭਗਤੀ ਦਾ ਕੋਈ ਪਤਾ ਹੀ ਨਹੀਂ, ਉਹ ਭਗਤੀ ਨੂੰ ਜਾਣਦੇ ਨਹੀਂ। ਉਹ ਤਾਂ ਮਹਾਰਾਜ ਕਰਮ ਕਾਂਡੀ ਹਨ। ਕਰਮ ਕਾਂਡ ਵਿੱਚ ਲੱਗੇ ਬੰਦੇ 3 ਕਾਂਡ ਹਨ ਸਾਧ ਸੰਗਤ ਜੀ ਵੇਦ ਦੇ। ਪਹਿਲਾ ਕਰਮ ਕਾਂਡ ਹੈ, ਦੂਸਰਾ ਭਗਤੀ ਉਪਾਸਨਾ ਕਾਂਡ ਹੈ, ਤੀਸਰਾ ਗਿਆਨ ਕਾਂਡ ਹੈ। ਭਗਤੀ ਤੇ ਜਾਣਦੇ ਨਹੀਂ ਉਹ ਲੋਕ, ਉਹਨਾਂ ਨੂੰ ਭਗਤੀ ਦਾ ਪਤਾ ਹੀ ਨਹੀਂ ਗੁਰੂ ਜੀ। ਹਾਂਜੀ। ਕਰਮ ਕਾਂਡ ਮੈਂ ਸੋ ਲਪਟਾਏ, ਉਹ ਕਰਮ ਕਾਂਡਾਂ 'ਚ ਹੀ ਲੱਗੇ ਨੇ। ਬਸ ਕਿਸ ਟਾਈਮ ਕੀ ਕਰਨਾ ਹੈ, ਕੀ ਨਹੀਂ ਕਰਨਾ, ਇਹਨਾਂ ਕੰਮਾਂ ਵਿੱਚ ਹੀ ਲੱਗੇ ਹੋਏ ਨੇ। ਭਗਤੀ ਕਿਆ ਹੁੰਦੀ ਹੈ, ਪਿਆਰ ਕਿਆ ਹੁੰਦਾ ਹੈ, ਸ਼ਰਧਾ ਕਿਆ ਹੁੰਦੀ ਹੈ, ਉਹਨਾਂ ਦੀ ਬੜਾ ਜਾਣੇ, ਉਹਨਾਂ ਨੂੰ ਪਤਾ ਹੀ ਨਹੀਂ, ਸੋਝੀ ਨਹੀਂ, ਗਿਆਨ ਨਹੀਂ ਉਹਨਾਂ ਨੂੰ। ਉਹ ਕਰਮ ਕਾਂਡੀ ਹਨ ਸਾਧ ਸੰਗਤ ਜੀ। ਬਹੁਤੇ ਲੋਕ ਦੁਨੀਆ ਤੇ ਕਰਮ ਕਾਂਡੀ ਹੁੰਦੇ ਹਨ। ਵੇਦ ਦਾ 80% ਕਰਮ ਕਾਂਡ ਦੇ ਉੱਤੇ ਵਿਆਖਿਆ ਹੈ, 16% ਜਿਹੜੀ ਹੈ ਉਹ ਭਗਤੀ ਦੀ ਹੈ, 4% ਗਿਆਨ ਦੀ ਹੈ। ਕਿਉਂਕਿ ਦੁਨੀਆ ਵਿੱਚ 80% ਕਰਮ ਕਾਂਡੀ ਹੀ ਹੁੰਦੇ ਹਨ, 16% ਲੋਕ ਭਗਤੀ ਵਾਲੇ ਹੁੰਦੇ ਹਨ, 4% ਬ੍ਰਹਮ ਗਿਆਨੀ ਹੁੰਦੇ ਹਨ। ਬਹੁਤ ਘੱਟ ਹੁੰਦੇ ਹਨ ਬ੍ਰਹਮ ਗਿਆਨੀ। ਬਹੁਤੇ ਲੋਕ ਜ਼ਿਆਦਾਤਰ ਕਰਮ ਕਾਂਡੀ ਹੁੰਦੇ ਆ, ਵੀ ਫਲਾਣੇ ਦਿਨ ਆਹ ਕੰਮ ਕਰਨਾ, ਫਲਾਣੇ ਟਾਈਮ ਆਹ ਕਰਨਾ, ਸਵੇਰੇ ਪਾਠ ਕਰਨਾ, ਸ਼ਾਮੀ ਕਰਨਾ, ਇਹ ਕੰਮ ਕਰਨਾ, ਇਹ ਨਹੀਂ ਕਰਨਾ। ਉਹਨਾਂ ਲੋਕਾਂ ਨੂੰ ਇੰਨਾ ਹੀ ਗਿਆਨ ਚਾਹੀਦਾ, ਉਹ ਇੰਨੇ ਜੋਗੇ ਹੀ ਹੁੰਦੇ। ਸੋ ਬ੍ਰਾਹਮਣ ਜਿਹੜੇ ਹਨ ਕਸ਼ਮੀਰ ਦੇ, ਉਹ ਨਾ ਭਗਤੀ ਦੀ ਸਾਰ ਜਾਣਦੇ, ਨਾ ਗਿਆਨ ਦੀ। ਉਹਦਾ ਕਰਮ ਕਾਂਡ ਵਿੱਚ ਲਪਟੇ ਹੋਏ ਹਨ। ਪਰਮੇਸ਼ਰ ਦੀ ਭਗਤੀ ਉਪਾਸਨਾ ਨੂੰ ਮਨ ਵਿੱਚ ਨਹੀਂ ਲਿਆਉਂਦੇ। ਕਹਿਓ ਗੁਰੂ ਸੋ ਭਗਤੀ ਜਨ, ਮਹਾਰਾਜ ਕਹਿਣ ਲੱਗੇ ਤੂੰ ਚਿੰਤਾ ਨਾ ਕਰ, ਉਹ ਭਗਤੀ ਨੂੰ ਜਾਣਗੇ, ਸਮਝ ਜਾਣਗੇ। ਜਦੋਂ ਤੁਸੀਂ ਉਹਨਾਂ ਨੂੰ ਭਗਤੀ ਦਾ ਉਪਦੇਸ਼ ਦਿਓਗੇ, ਉਹਨਾਂ ਨੂੰ ਭਗਤੀ ਦਾ ਰੰਗ ਚੜ੍ਹੇਗਾ, ਭਗਤੀ ਨਾਲ ਉਹਨਾਂ ਦਾ ਕਲਿਆਣ ਹੋਵੇਗਾ। ਕਿਉਂਕਿ ਭਗਤੀ ਦਾ ਗ੍ਰੰਥ ਹੈ ਸ੍ਰੀ ਮਦ ਭਾਗਵਤ ਪੁਰਾਣ। ਉਹਦੇ 'ਚ ਕਰਮ ਦੀ ਗੱਲ ਨਹੀਂ ਸਾਧ ਸੰਗਤ ਜੀ ਬਹੁਤੀ ਕੀਤੀ, ਉਹਦੇ ਵਿੱਚ ਭਗਤੀ ਤੇ ਜ਼ੋਰ ਦਿੱਤਾ ਹੈ। ਬ੍ਰਾਹਮਣ ਪੜ੍ਹੇ ਹੋਏ ਨੇ ਉਹ ਗ੍ਰੰਥ, ਬਸ ਸਿਰਫ ਜਾਗ ਲਾਉਣ ਦੀ ਲੋੜ ਹੈ। ਜਦੋਂ ਉਹ ਇਹਨਾਂ ਗ੍ਰੰਥਾਂ ਨੂੰ ਪੜ੍ਹਨਗੇ, ਭਗਤੀ ਦਾ ਪ੍ਰਸੰਗ ਉਹਨਾਂ ਦੇ ਅੱਗੇ ਚਲਾਵਾਂਗੇ, ਉਹ ਭਗਤੀ ਨੂੰ ਹੋਰ ਜਾਣਗੇ, ਸਮਝ ਜਾਣਗੇ। ਫਿਰ ਗੁਰਬਾਣੀ ਦੀ ਜੋ ਭਗਤੀ ਨਿਰਾਕਾਰ ਸਰੂਪ ਦੀ ਹੈ, ਉਹਦਾ ਵੀ ਉਹਨਾਂ ਨੂੰ ਗਿਆਨ ਹੋ ਜਾਵੇਗਾ। ਹਾਂਜੀ। ਨਹੀਂ ਕਮਾਵਤ ਜਿਮ ਅਨਜਾਨੈ, ਉਹ ਜਾਣਦੇ ਨੇ ਭਗਤੀ ਬਾਰੇ, ਪਰ ਕਮਾਉਂਦੇ ਨਹੀਂ, ਕਮਾਈ ਨਹੀਂ ਕਰਦੇ, ਭਗਤੀ ਕਰਦੇ ਨੇ। ਭਗਤੀ ਦਾ ਪਤਾ ਤਾਂ ਹੈ ਉਹਨਾਂ ਨੂੰ ਵੀ ਭਗਤੀ ਕੀ ਹੁੰਦੀ ਹੈ, ਪਰ ਵਿਚਾਰਿਆਂ ਨੂੰ ਉਹ ਭਗਤੀ ਹੋ ਨਹੀਂ ਰਹੀ। ਉਹਨਾਂ ਨੂੰ ਹੁਣ ਕਿਸੇ ਸਾਧੂ ਦੀ ਲੋੜ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਈ ਚੀਜ਼ਾਂ ਦਾ ਸਾਧ ਸੰਗਤ ਸਾਨੂੰ ਪਤਾ ਹੁੰਦਾ ਹੈ, ਅਸੀਂ ਕਰਦੇ ਨਹੀਂ। ਕਿਉਂ? ਮਾਹੌਲ ਨਹੀਂ ਬਣਦਾ। ਪਤਾ ਹੁੰਦਾ ਵੀ ਇਹ ਕੰਮ ਕਰੀਏ ਤੇ ਠੀਕ ਹੈ, ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ, ਪਤਾ ਹੈ, ਪਰ ਮਾਹੌਲ ਨਹੀਂ ਨਾ ਬਣਦਾ। ਮਾਹੌਲ ਨਹੀਂ ਬਣਦਾ, ਅਸੀਂ ਕਰ ਨਹੀਂ ਸਕਦੇ। ਭਗਤੀ ਨੂੰ ਜਾਣਨਾ ਜੋ ਹੈ, ਇਹ ਤਾਂ ਹੁੰਦਾ ਜੇ ਕੋਈ ਭਗਤੀ ਕਰਨ ਵਾਲਾ ਮਿਲ ਜਾਵੇ। ਜੋ ਤੁਸੀਂ ਭਾਈ ਜਾ ਕੇ ਉਹਨਾਂ ਨੂੰ ਭਗਤੀ ਦਾ ਉਪਦੇਸ਼ ਦਿਓਗੇ, ਭਗਤੀ ਕਰੋਗੇ, ਉਹ ਬ੍ਰਾਹਮਣ ਵੀ ਭਗਤੀ ਕਰਨ ਲੱਗ ਜਾਣਗੇ। ਪਹੁੰਚੈ ਜਬ ਤਵ ਦਰਸ਼ਨ ਪੈ, ਜਦੋਂ ਤੂੰ ਪਹੁੰਚੇਗਾ, ਜਾਏਗਾ ਭਾਈ ਮਾਧੋ, ਜਦੋਂ ਉਹ ਤੇਰੇ ਦਰਸ਼ਨ ਕਰਨਗੇ, ਹਿਰਦੈ ਉਪਾਸਨ ਕੋ ਉਪਜੈ ਹੈ, ਉਹਨਾਂ ਦੇ ਮਨ 'ਚ ਵੀ ਉਪਾਸਨਾ ਭਗਤੀ ਪੈਦਾ ਹੋ ਜਾਏਗੀ। ਉਹਨਾਂ ਦੇ ਮਨ ਵਿੱਚ ਵੀ ਸ਼ਰਧਾ ਦਾ ਬੀਜ ਅੰਕੁਰ ਫੁੱਟੇਗਾ। ਸੰਸਕ੍ਰਿਤ ਜਿਮ ਵਿਪਰਨ ਪਿਆਰੀ, ਜਿਵੇਂ ਸੰਸਕ੍ਰਿਤੀ ਬ੍ਰਾਹਮਣਾਂ ਨੂੰ ਪਿਆਰੀ ਹੈ। ਬ੍ਰਾਹਮਣ ਕਹਿੰਦੇ ਵੀ ਸੰਸਕ੍ਰਿਤ ਤੋਂ ਬਿਨਾਂ ਅਸੀਂ ਹੋਰ ਕੋਈ ਗ੍ਰੰਥ ਪੜ੍ਹਨਾ ਨਹੀਂ। ਆਪਣਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਇਹਨੂੰ ਨਹੀਂ ਮੰਨਦੇ। ਉਹ ਕਹਿੰਦੇ ਜੀ ਸੰਸਕ੍ਰਿਤ ਵਿੱਚ ਹੋਵੇ ਤਾਂ ਮੰਨਾਂਗੇ, ਦੇਵ ਭਾਸ਼ਾ ਦੇ ਵਿੱਚ ਹੈ। ਇਹ ਪੰਜਾਬੀ ਨੂੰ ਉਹ ਆਮ ਬੋਲੀ ਸਮਝਦੇ ਹਨ।
ਆਮ ਮਨੁੱਖੀ ਬੋਲੀ ਸਮਝਦੇ ਹਨ ਤੇ ਸੰਸਕ੍ਰਿਤ ਨੂੰ ਦੇਵਤਿਆਂ ਦੀ ਬੋਲੀ ਸਮਝਦੇ ਹਨ। ਸੰਸਕ੍ਰਿਤ ਉਹਨਾਂ ਨੂੰ ਬਹੁਤ ਪਿਆਰੀ ਹੈ। ਹਾਂਜੀ, ਪਠੈ ਸੁਨੈ ਮਾਨਹਿ ਉਰ ਧਾਰੀ। ਉਹ ਸੰਸਕ੍ਰਿਤ ਪੜ੍ਹਦੇ ਹਨ, ਸੰਸਕ੍ਰਿਤ ਸੁਣਦੇ ਹਨ, ਸੰਸਕ੍ਰਿਤ ਨੂੰ ਹੀ ਮੰਨਦੇ ਹਨ, ਉਹਦੇ ਉੱਤੇ ਵਿਸ਼ਵਾਸ ਕਰਦੇ ਹਨ। ਹਾਂਜੀ, ਤਿਮ ਸਿੱਖਨ ਕੋ ਸਤਿਗੁਰ ਬਾਣੀ। ਜਿਵੇਂ ਬ੍ਰਾਹਮਣਾਂ ਨੂੰ ਸੰਸਕ੍ਰਿਤ ਪਿਆਰੀ ਹੈ, ਦੇਵ ਭਾਸ਼ਾ ਜਾਪਦੀ ਹੈ, ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਉਨੀ ਪਿਆਰੀ ਹੈ। ਸਾਧ ਸੰਗਤ ਜੀ, ਪੰਥ ਖਾਲਸੇ ਵਿੱਚ ਗੁਰਬਾਣੀ ਦਾ ਸਤਿਕਾਰ ਬਹੁਤ ਜ਼ਿਆਦਾ ਹੈ। ਸੁਧਾ ਕੀ ਤਰੰਗਨੀ ਸੀ ਰੋਗ ਭਰਮ ਭੰਗਨੀ ਹੈ, ਮਹਾ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ। ਕਿਦੋਂ ਯਹ ਹੰਸਨੀ ਸੀ ਮਾਨਸ ਵਤੰਸਨੀ ਹੈ, ਗੁਣਨ ਪ੍ਰਸ਼ੰਸਨੀ ਸਰਬ ਜਗ ਜਾਨੀ ਹੈ। ਕਿਦੋਂ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ, ਹਿਰਦੇ ਕੀ ਆਨੰਦਨੀ ਸੋ ਭੋਗ ਮੋਖ ਦਾਨੀ ਹੈ। ਪ੍ਰੇਮ ਪਟਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ, ਗੁਣੀ ਬਣੀ ਬਾਣੀ ਤਾਕੀ ਗੁਰੂ ਗੁਰਬਾਣੀ ਹੈ। ਗੁਰਬਾਣੀ ਸਾਰਿਆਂ ਗ੍ਰੰਥਾਂ ਦੀ ਗੁਰੂ ਹੈ। ਸੋ ਇਸ ਗੁਰਬਾਣੀ ਤੇ ਗੁਰੂ ਦਾ ਸਿੱਖ ਪੂਰਨ ਨਿਸ਼ਚਾ ਰੱਖੇ। ਸੁਨਤ ਸ਼੍ਰਵਣ ਜਹ ਮਤ ਰਖਾਨੀ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਕੰਨਾਂ ਨਾਲ ਗੁਰਬਾਣੀ ਸੁਣਦਾ ਹੈ, ਉਹਦੇ ਅੰਦਰ ਗੁਰਬਾਣੀ ਵਸਦੀ ਹੈ, ਉਹ ਗੁਰਬਾਣੀ ਨੂੰ ਮੰਨਦਾ ਹੈ, ਉਹਨੂੰ ਆਤਮ ਗਿਆਨ ਹੁੰਦਾ ਹੈ। ਗੁਰਬਾਣੀ ਨੂੰ ਸੁਣੇਗਾ ਕੌਣ? ਜਿਹਦੇ ਬੜੇ ਚੰਗੇ ਭਾਗ ਹੋਣਗੇ, ਚੰਗੇ ਕਰਮ ਹੋਣਗੇ, ਉਹ ਪ੍ਰੇਮ ਨਾਲ ਗੁਰਬਾਣੀ ਨੂੰ ਪੜ੍ਹਦਾ ਸੁਣਦਾ ਹੈ। ਹਾਂਜੀ, ਲੈ ਗੁਰ ਆਇਸ ਹਵਾ ਕਰ ਤਿਆਰੀ। ਭਾਈ ਮਾਧੋ ਨੇ ਗੁਰੂ ਸਾਹਿਬ ਦੇ ਬਚਨ ਸੁਣੇ। ਮਹਾਰਾਜ ਨੇ ਆਖਿਆ, ਜਾ ਅਸੀਂ ਤੇਰੇ ਅੰਗ ਸੰਗ ਰਵਾਂਗੇ, ਜੋ ਤੂੰ ਬੋਲੇਗਾ ਉਹ ਹੋ ਜਾਏਗਾ, ਤੇਰੀ ਰਸਨਾ ਤੇ ਗੁਰੂ ਨਾਨਕ ਬੋਲੇਗਾ। ਆਖੋ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਆਪਣੀ ਤਾਕਤ ਦੇਤੀ, ਪੂਰੀ ਪਾਵਰ ਦੇਤੀ ਭਾਈ ਮਾਧੋ ਸੋਢੀ ਨੂੰ। ਜਾਓ ਭਾਈ ਮਾਧੋ, ਜੋ ਤੁਸੀਂ ਆਖੋਗੇ ਹੋ ਜਾਏਗਾ, ਤੁਹਾਡਾ ਬਚਨ ਬਿਰਥਾ ਨਹੀਂ ਜਾਏਗਾ। ਭਾਈ ਮਾਧੋ ਜੀ ਕਸ਼ਮੀਰ ਨੂੰ ਚਲੇ ਗਏ। ਹਾਂਜੀ, ਗਮਨਿਓ ਗੁਰਮਤਿ ਦੇਨ ਪਹਾੜੀ। ਪਹਾੜੀ ਲੋਕਾਂ ਨੂੰ ਸਿੱਖਿਆ ਦੇਣ ਲਈ, ਗੁਰਮਤਿ ਦਾ ਉਪਦੇਸ਼ ਦੇਣ ਲਈ ਭਾਈ ਸਾਹਿਬ ਭਾਈ ਮਾਧੋ ਸੋਢੀ ਜੀ ਕਸ਼ਮੀਰ ਨੂੰ ਤੁਰ ਪਏ। ਗੁਰ ਸ਼ਬਦਨ ਕੀ ਪੋਥੀ ਲੀਨ। ਨਾਲ ਗੁਰਬਾਣੀ ਦੀ ਪੋਥੀ ਲੈ ਗਏ। ਸ਼ਬਦਾਂ ਦੀ ਪੋਥੀ ਸੰਗਤ ਨੂੰ ਸੁਣਾਵਾਂਗੇ, ਬਾਣੀ ਦੀ ਕਥਾ ਕਰਾਂਗੇ, ਸੰਗਤ ਨੂੰ ਜੋੜਾਂਗੇ ਗੁਰੂ ਨਾਲ। ਪੋਥੀ ਸਾਹਿਬ ਨਾਲ ਲੈ ਲਈ ਹੈ। ਹਾਂਜੀ, ਅਰਥ ਕਰਨ ਮਹਿ ਸੁਮਤ ਪ੍ਰਬੀਨ। ਅਰਥ ਬੜੇ ਕਰਨੇ ਵਿੱਚ ਸਿਆਣਾ ਸੀਗਾ, ਬਾਣੀ ਦੇ ਗੁਰਬਾਣੀ ਦੇ ਅਰਥ ਪੜ੍ਹਿਆ ਹੋਇਆ ਸੀ। ਸਾਧ ਸੰਗਤ ਜੀ, ਗੁਰਬਾਣੀ ਦੇ ਅਰਥ ਵਿਦਵਾਨਾਂ ਮਹਾਂਪੁਰਸ਼ਾਂ ਕੋਲੋਂ ਸਿੱਖਣੇ ਤੇ ਨਾਮ ਜਪਣਾ, ਇਹ ਗੁਰਸਿੱਖੀ ਦੀ ਰਹਿਤ ਦਾ ਜ਼ਰੂਰੀ ਅੰਗ ਸੀ। ਅੱਜ ਕੱਲ੍ਹ ਆਪਾਂ ਪਹਿਲਾਂ ਦੇ ਪਾਠ ਵੀ ਨਹੀਂ ਸਿੱਖਦੇ। ਜੇ ਕੋਈ ਬਹੁਤੀ ਗੱਲ ਕਰੇ ਪਾਠ ਦੀ ਸੰਥਿਆ ਤਾਂ ਲੈ ਲੈਂਦੇ, ਪਰ ਅਰਥਾਂ ਦੀ ਨਹੀਂ ਲੈਂਦੇ। ਬਸ ਇੱਦਾਂ ਉਹ ਸਿੱਖ ਜਿਹੜੇ ਸੀ ਬਾਣੀ ਦੇ ਅਰਥਾਂ ਦੀ ਵੀ ਸੰਥਿਆ ਲੈਂਦੇ ਸੀ। ਅਰਥਾਂ ਦੀ ਸੰਥਿਆ ਲੈ ਕੇ ਵਿਦਵਾਨ ਬਣੇ ਹੋਏ ਸੀ। ਭਾਈ ਮਾਧੋ ਜੀ ਬਹੁਤ ਵਿਦਵਾਨ ਸਨ, ਗਿਆਨੀ ਪੁਰਸ਼ ਸਨ। ਭਾਈ ਮਾਧੋ ਸੋਢੀ ਪੋਥੀ ਗੁਰਬਾਣੀ ਦੀ ਲੈ ਕੇ ਕਸ਼ਮੀਰ ਦੇ ਰਾਹ ਪੈ ਗਿਆ। ਹਾਂਜੀ, ਪੁਰਮਹਿ ਕਰੋ ਜਾਏ ਕਿਤ ਡੇਰਾ। ਔਰ ਜਾ ਕੇ ਕਸ਼ਮੀਰ ਕਿਸੇ ਨਗਰ ਵਿੱਚ ਡੇਰਾ ਕੀਤਾ ਹੈ। ਉਪਦੇਸ਼ਨ ਲਾਗੋ ਜਿਸ ਬੇਰਾ। ਜਦੋਂ ਭਾਈ ਮਾਧੋ ਕਥਾ ਕਰਨ ਲੱਗੇ, ਉਪਦੇਸ਼ ਦੇਣ ਲੱਗੇ ਸੰਗਤ ਨੂੰ, ਗੁਰਬਾਣੀ ਦੀ ਕਥਾ ਕਰਦੇ ਹਨ, ਮਿਲ ਪੰਡਿਤ ਮਾਧੋ ਡਿਗ ਆਏ। ਤਾਂ ਸਾਰੇ ਪੰਡਿਤ ਇਕੱਠੇ ਹੋ ਕੇ ਭਾਈ ਮਾਧੋ ਦੇ ਕੋਲ ਆ ਗਏ। ਪੰਡਤਾਂ ਨੂੰ ਫਿਕਰ ਪੈ ਗਿਆ ਵੀ ਇਹ ਗੁਰੂ ਦਾ ਸਿੱਖ ਗੁਰਬਾਣੀ ਦੀ ਕਥਾ ਕਰਨ ਲੱਗ ਪਿਆ, ਇਹਦੀ ਕਥਾ ਹੋਈ ਫਿਰ ਸਾਡੀ ਕਥਾ ਕਿਹਨੇ ਸੁਣਨੀ ਹੈ, ਇਹਨੂੰ ਭਜਾਈਏ ਇੱਥੋਂ, ਇਹਦੇ ਨਾਲ ਚਰਚਾ ਕਰੀਏ, ਇਹਨੂੰ ਹਰਾਈਏ ਚਰਚਾ ਵਿੱਚ। ਸਾਰੇ ਬਾਹਮਣ ਇਕੱਠੇ ਹੋ ਕੇ ਭਾਈ ਮਾਧੋ ਸੋਢੀ ਨਾਲ ਟੱਕਰ ਲੈਣ ਲਈ, ਉਹਦੇ ਨਾਲ ਵਿਚਾਰ ਕਰਨ ਲਈ ਆ ਗਏ। ਭਾਖਾ ਕੀਨਾ ਕਥਾ ਹਮ ਪਾਏ। ਤੇ ਕਹਿਣ ਲੱਗੇ, ਸਾਨੂੰ ਇਹ ਕਥਾ ਨਹੀਂ ਚੰਗੀ ਲੱਗਦੀ। ਇਹ ਜਿਹੜੀ ਤੁਸੀਂ ਭਾਸ਼ਾ ਦੀ ਕਥਾ ਕਰਦੇ ਹੋ, ਯਾਨੀ ਆਮ ਬੋਲੀ 'ਚ ਜੋ ਗੁਰਬਾਣੀ ਹੈ, ਇਹਦੀ ਸਾਨੂੰ ਕਥਾ ਨਹੀਂ ਸਮਝ ਆਉਂਦੀ, ਚੰਗੀ ਨਹੀਂ ਲੱਗਦੀ। ਸਾਨੂੰ ਕਥਾ ਤਾਂ ਚੰਗੀ ਲੱਗੇਗੀ ਜੇ ਸੰਸਕ੍ਰਿਤ ਦੇ ਗ੍ਰੰਥਾਂ ਦੀ ਕਰੋ, ਵੇਦਾਂ ਦੀ ਕਥਾ ਕਰੋ, ਸ਼ਾਸਤਰਾਂ ਦੀ ਕਥਾ ਕਰੋ, ਸ੍ਰੀਮਦ ਭਾਗਵਤ ਪੁਰਾਣ ਦੀ ਕਥਾ ਕਰੋ, ਗੀਤਾ ਦੀ ਕਥਾ ਕਰੋ,
ਸੰਸਕ੍ਰਿਤ ਦੇ ਗ੍ਰੰਥਾਂ ਦੀ ਕਥਾ ਕਰੋ। ਸੁਰ ਬਾਣੀ ਤਜ ਕਿਮ ਇਹ ਧਾਰੈ। ਤੁਸੀਂ ਦੇਵਤਿਆਂ ਦੀ ਬਾਣੀ ਸੰਸਕ੍ਰਿਤ ਛੱਡ ਕੇ ਆਮ ਬੋਲੀ ਦੇ ਵਿੱਚ, ਪੰਜਾਬੀ ਬੋਲੀ ਦੇ ਵਿੱਚ ਜੋ ਬਾਣੀ ਰਚੀ ਹੋਈ ਹੈ, ਇਹ ਪੰਜਾਬੀ ਬੋਲੀ ਦੀ ਬਾਣੀ ਦੀ ਕਥਾ ਕਰ ਰਹੇ ਹੋ। ਇਹਦਾ ਕੀ ਫਾਇਦਾ? ਇਹਦਾ ਕੋਈ ਲਾਭ ਨਹੀਂ, ਇਹ ਠੀਕ ਨਹੀਂ। ਅਸੀਂ ਤਾਂ ਮੰਨਾਂਗੇ ਜੇ ਤੁਸੀਂ ਸਾਨੂੰ ਸੰਸਕ੍ਰਿਤ ਦੇ ਗ੍ਰੰਥਾਂ ਦੀ ਕਥਾ ਸੁਣਾਓ। ਹਾਂਜੀ, ਸਾਡਾ ਮਨ ਨਹੀਂ ਟਿਕਦਾ, ਸਾਡੇ ਮਨ 'ਚ ਨਿਸ਼ਚਾ ਹੀ ਨਹੀਂ ਵੱਜਦਾ, ਵਿਸ਼ਵਾਸ ਨਹੀਂ ਬਣਦਾ ਵੀ ਕੋਈ ਬੰਦਾ ਦੇਵ ਬਾਣੀ ਨੂੰ, ਸੰਸਕ੍ਰਿਤ ਨੂੰ ਛੱਡ ਕੇ ਤੇ ਮਨੁੱਖੀ ਬੋਲੀ ਦੇ ਵਿੱਚ ਕਥਾ ਕਰੇ, ਆਮ ਬੋਲੀ ਦੀ ਬਾਣੀ ਦੀ ਕਥਾ ਕਰੇ, ਜਿਹੜੀ ਆਮ ਬੋਲੀ ਦੀ ਬਾਣੀ ਹੈ, ਤੇ ਸੰਸਕ੍ਰਿਤ ਨੂੰ ਤੁਸੀਂ ਛੱਡਿਆ ਹੋਇਆ। ਇਸ ਕਰਕੇ ਕਥਾ ਸਾਨੂੰ ਚੰਗੀ ਨਹੀਂ ਲੱਗਦੀ। ਬਾਹਮਣਾਂ ਨੇ ਸਿੱਧਾ ਜਿਹਾ ਬਚਨ, ਦੋ ਟੁਕ ਫੈਸਲਾ ਸੁਣਾ ਦਿੱਤਾ। ਹਾਂਜੀ, ਸੁਨ ਮਾਧੋ ਤਬ ਜੁਗਤ ਬਖਾਨੀ। ਭਾਈ ਮਾਧੋ ਜੀ ਬੜੇ ਸਿਆਣੇ, ਬੜੇ ਸਮਝਦਾਰ, ਗੱਲ ਕਰਨ ਦਾ ਤਰੀਕਾ ਸੀਗਾ। ਉਹਨਾਂ ਪੰਡਤਾਂ ਨੂੰ ਕਹਿਣ ਲੱਗੇ, ਜਿਸ ਨਰ ਲਾਗੀ ਖੁਦਾ ਮਾਨੀ। ਦੇਖੋ ਪੰਡਤ ਜੀ, ਜਿਹੜੇ ਬੰਦੇ ਨੂੰ ਭੁੱਖ ਲੱਗੀ ਹੋਵੇ, ਰੋਟੀ ਖਾਧੀ ਨੂੰ ਟਾਈਮ ਜ਼ਿਆਦਾ ਹੋ ਗਿਆ ਹੋਵੇ, ਹਾਂਜੀ, ਸੋ ਜੇ ਪ੍ਰਤੀਖਾ ਕੰਚਨ ਬਾਸਨ। ਉਹ ਹੁਣ ਸੋਨੇ ਦਾ ਭਾਂਡਾ ਉਡੀਕੇਗਾ ਕਿ ਰੋਟੀ ਜਿੱਦਾਂ ਮਿਲ ਗਈ ਉਦਾਂ ਹੀ ਖਾਏਗਾ? ਇਹ ਦੱਸੋ, ਆਖੋ ਸ੍ਰੀ ਵਾਹਿਗੁਰੂ। ਭੁੱਖ ਲੱਗੀ ਹੈ ਤੇ ਉਹਨੂੰ ਕਹੀਏ ਵੀ ਰੋਟੀ ਖਾ ਲੈ, ਉਹ ਆਖੇ ਨਹੀਂ ਨਹੀਂ, ਸੋਨੇ ਦੀ ਥਾਲੀ ਲੈ ਕੇ ਆਓ ਫਿਰ ਰੋਟੀ ਖਾਵਾਂਗਾ। ਉਹਨੂੰ ਸਮਝਦਾਰ ਕਹੋਗੇ ਕਿ ਮੂਰਖ ਕਹੋਗੇ? ਭੁੱਖ ਲੱਗੀ ਵਾਲਾ ਸੋਨੇ ਦੀ ਥਾਲੀ ਨਹੀਂ ਉਡੀਕਦਾ, ਉਹਨੂੰ ਤਾਂ ਭਾਵੇਂ ਪੱਤਲ ਤੇ ਰੱਖ ਕੇ ਰੋਟੀ ਦੇ ਦਿਓ, ਉਹ ਪੱਤਲ ਤੇ ਖਾ ਲੈਂਦਾ। ਹੱਥ ਤੇ ਦੇ ਦਿਓ, ਉਹ ਹੱਥ ਤੇ ਹੀ ਫਟਾਫਟ ਖਾ ਲੈ, ਭੁੱਖ ਲੱਗੀ ਹੈ। ਹਾਂਜੀ, ਜਤਨ ਤੇ ਪੂਜਾ ਆਸਨ। ਕਹਿੰਦੇ ਜੇ ਉਹ ਬੰਦਾ ਕਵੇ ਨਹੀਂ ਜੀ ਸੋਨੇ ਦੀ ਥਾਲੀ ਆਵੇਗੀ ਫਿਰ ਖਾਵਾਂਗੇ, ਹੁਣ ਸੋਨੇ ਦੀ ਥਾਲੀ ਕਿਹੜਾ ਆਮ ਮਿਲ ਜਾਂਦੀ ਹੈ? ਰਾਜਾ ਮਹਾਰਾਜਾ ਦੇ ਘਰ ਹੁੰਦੀ ਹੈ। ਬਹੁਤ ਅਮੀਰ ਕੋਈ ਬੰਦਾ ਹੋਵੇ, ਕੋਈ ਰਾਜਾ ਹੋਵੇ, ਉਹਦੇ ਘਰ ਸੋਨੇ ਦੀ ਥਾਲੀ ਹੋਵੇ ਤਾਂ ਵੱਖਰੀ ਬਾਤ ਹੈ, ਪਰ ਸੋਨੇ ਦੀ ਥਾਲੀ ਹਰ ਬੰਦੇ ਦੇ ਘਰ ਨਹੀਂ ਹੁੰਦੀ। ਤੇ ਜਿਹੜੇ ਬੰਦੇ ਦੇ ਭੁੱਖ ਲੱਗੀ ਹੋਈ ਹੈ ਉਹ ਕਿਉਂ ਉਡੀਕੇਗਾ ਸੋਨੇ ਦੀ ਥਾਲੀ? ਹਾਂਜੀ, ਪ੍ਰਾਨ ਹਾਨ ਤਬ ਲੋ ਹੋਏ ਜਾਤ। ਤੇ ਜੇ ਉਡੀਕੀ ਜਾਵੇ ਵੀ ਆਵੇਗੀ ਸੋਨੇ ਦੀ ਥਾਲੀ ਤੇ ਫਿਰ ਰੋਟੀ ਖਾਵਾਂਗੇ। ਜਿੰਨੇ ਚਿਰ ਨੂੰ ਸੋਨੇ ਦੀ ਥਾਲੀ ਬਣਨੀ ਹੈ, ਜਿੰਨੇ ਚਿਰ ਨੂੰ ਸੋਨੇ ਦੀ ਥਾਲੀ ਆਉਣੀ ਹੈ, ਉਹਨੇ ਚਿਰ ਨੂੰ ਪ੍ਰਾਣ ਨਿਕਲ ਜਾਣੇ, ਉਹਨੇ ਚਿਰ ਨੂੰ ਜਾਨ ਨਿਕਲ ਜਾਣੀ ਹੈ, ਮਰ ਜਾਣਾ ਭੁੱਖ ਨਾਲ। ਹਾਂਜੀ, ਬਿਨ ਤਿਸ ਮਿਲੇ ਨਾ ਭੋਜਨ ਖਾਤ। ਕਹਿੰਦੇ ਉਹ ਕਹਿੰਦਾ ਵੀ ਸੋਨੇ ਦੀ ਥਾਲੀ ਤੋਂ ਬਿਨਾਂ ਮੈਂ ਰੋਟੀ ਨਹੀਂ ਖਾਣੀ, ਤੇ ਸੋਨੇ ਦੀ ਥਾਲੀ ਆਉਂਦੀ ਕੋਈ ਨਹੀਂ, ਇਹਦਾ ਮਤਲਬ ਫਿਰ ਮਰੇਗਾ ਹੀ ਭੁੱਖਾ। ਹਾਂਜੀ, ਦੂਸਰੇ ਛੂਟਤ ਆਹਾਰ ਨਿਹਾਰਾ। ਹਾਂ, ਦੂਜਾ ਬੰਦਾ ਉਹਨੇ ਦੇਖਿਆ ਭੁੱਖੇ ਨੇ, ਨਾ ਛੱਡੋ ਪਰੇ ਸੋਨੇ ਦੀ ਥਾਲੀ, ਆਪਾਂ ਰੋਟੀ ਖਾਈਏ, ਸੋਨੇ ਦੀ ਥਾਲੀ ਨੂੰ ਸਿਰ ਮਾਰਨਾ, ਰੋਟੀ ਭੁੱਖ ਲੱਗੀ ਹੈ। ਉਹ ਕਹਿੰਦੇ ਠਹਿਰ ਜੋ ਭਾਈ ਸਾਹਿਬ, ਸੋਨੇ ਦੀ ਥਾਲੀ ਲੈ ਕੇ ਰੋਟੀ ਖਾਵਾਂ। ਕਹਿੰਦਾ ਨਹੀਂ ਨਹੀਂ, ਤੁਸੀਂ ਮੈਨੂੰ ਮੇਰੇ ਹੱਥਾਂ ਤੇ ਦੇ ਦਿਓ, ਮੈਂ ਸੋਨੇ ਦੀ ਥਾਲੀ, ਸੋਨੇ ਦੀ ਛੱਡੋ, ਪਿੱਤਲ ਦੀ ਵੀ ਨਹੀਂ ਚਾਹੁੰਦਾ, ਉਹ ਤਾਂ ਸਟੀਲ ਦੀ, ਲੋਹੇ ਦੀ ਵੀ ਨਹੀਂ ਚਾਹੁੰਦਾ। ਉਹਦਾ ਕਹਿੰਦਾ ਰੋਟੀ ਦਿਓ ਜਿਵੇਂ ਮਰਜ਼ੀ, ਫਟਾਫਟ ਦਿਓ, ਭੁੱਖ ਲੱਗੀ ਹੈ। ਉਹ ਦੇਰ ਨਹੀਂ ਲਾਉਂਦਾ ਤੇ ਫਟਾਫਟ ਜੋ ਰੁੱਖਾ ਮੇਸਾ ਮਿਲਦਾ ਉਹ ਖਾ ਲੈਂਦਾ, ਆਪਣਾ ਪੇਟ ਭਰ ਲੈਂਦਾ। ਹਾਂਜੀ, ਜਿਸ ਕਿਸ ਬਾਸਨ ਸੁਚ ਮਹਿ ਧਾਰਾ। ਜਿਹੜੇ ਕਿਸੇ ਭਾਂਡੇ ਵਿੱਚ ਵੀ ਸੁੱਚਾ ਭੋਜਨ ਮਿਲ ਜਾਵੇ ਫਟਾਫਟ ਖਾ ਲੈ। ਉਹ ਇਹ ਨਹੀਂ ਦੇਖਦਾ ਵੀ ਸੋਨੇ ਦੀ ਥਾਲੀ ਹੈ ਜਾਂ ਥਾਲੀ ਪਿੱਤਲ ਦੀ ਹੈ, ਭੋਜਨ ਚਾਹੀਦਾ ਹੈ। ਮਤਲਬ ਤਾਂ ਭੋਜਨ ਨਾਲ ਹੈ, ਭੁੱਖ ਥਾਲੀ ਨੇ ਥੋੜਾ ਮਿਟਾਣੀ ਹੈ, ਭੁੱਖ ਤਾਂ ਮਿਟਾਣੀ ਹੈ ਜਿਹੜਾ ਉਹਦੇ 'ਚ ਫੂਡ ਹੈ, ਜਿਹੜੀ ਰੋਟੀ ਹੈ, ਦਾਲ ਸਬਜ਼ੀ ਹੈ, ਉਹਨੇ ਭੁੱਖ ਮਿਟਾਣੀ ਹੈ। ਸੋਨੇ ਦੀ ਥਾਲੀ ਨਾਲ ਤਾਂ ਭੁੱਖ ਨਹੀਂ ਮਿਟਦੀ। ਹਾਂਜੀ, ਅਜਿਹਾ ਆਨੰਦ ਹੋਏ ਕਰ ਜੀਵਤ। ਹਾਂ, ਕਹਿੰਦੇ ਉਹ ਬੰਦਾ ਜਿਹੜਾ ਸਿਆਣਾ, ਉਹ ਕਿਸੇ ਵੀ ਥਾਲੀ 'ਚ ਰੋਟੀ ਸੁੱਚੀ ਮਿਲ ਜਾਵੇ ਲੈ ਕੇ ਖਾ ਲੈਂਦਾ, ਬਸ। ਉਹ ਭਾਂਡਾ ਨਹੀਂ ਦੇਖਦਾ। ਜਿਹੜਾ ਕੋਈ ਮੂਰਖ ਬੰਦਾ
ਉਹ ਜਿੱਦ ਕਰ ਬੈਠੇ ਵੀ ਮੈਂ ਤਾਂ ਰੋਟੀ ਖਾਵਾਂਗਾ ਜੇ ਸੋਨੇ ਦੀ ਥਾਲੀ ਆਵੇਗੀ, ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ, ਨਾ ਸੋਨੇ ਦੀ ਥਾਲੀ ਆਵੇ ਤੇ ਨਾ ਸਰਦਾਰ ਜੀ ਰੋਟੀ ਖਾਣ, ਭੁੱਖੇ ਹੀ ਬੈਠੇ ਰਹਿਣ ਫਿਰ ਕੀ ਕਰ ਸਕਦੇ ਆ। ਸਿਆਣਾ ਬੰਦਾ ਤਾਂ ਕਹਿੰਦਾ ਲਿਆਓ ਫਟਾਫਟ। ਹਾਂਜੀ, ਸਰਬ ਭਾਂਤ ਕੋ ਸਮਰੱਥ ਥੀਵਤ, ਕਹਿੰਦੇ ਜਿਹੜਾ ਬੰਦਾ ਰੋਟੀ ਖਾ ਲੈਂਦਾ ਜਿੱਥੇ ਵੀ ਮਿਲ ਜੇ ਉਹ ਤਾਕਤਵਰ ਹੋ ਜਾਂਦਾ, ਉਹਦੇ 'ਚ ਸਮਰੱਥਾ ਆ ਜਾਂਦੀ, ਸ਼ਕਤੀ ਆ ਜਾਂਦੀ। ਉਹ ਫਿਰ ਭਾਵੇਂ ਸੋਨੇ ਦੀ ਥਾਲੀ ਵੀ ਲਿਆ ਸਕਦਾ, ਤਾਕਤ ਆ ਗਈ। ਜਿਹੜਾ ਬੈਠਾ ਭੁੱਖਾ ਉਡੀਕੀ ਜਾਂਦਾ ਉਹਨੂੰ ਕੁਝ ਨਹੀਂ ਮਿਲਦਾ, ਨਾ ਥਾਲੀ ਮਿਲਦੀ ਹੈ ਨਾ ਰੋਟੀ ਮਿਲਦੀ ਹੈ। ਹਾਂਜੀ, ਮਹਾ ਜਤਨ ਤੇ ਲਹਿ ਸੁਰਬਾਨੀ, ਦੇਖੋ ਪੰਡਤ ਜੀ ਜਿਹੜੀ ਸੰਸਕ੍ਰਿਤ ਹੈ ਇਹ ਸੋਨੇ ਦੀ ਥਾਲੀ ਹੈ, ਇਹ ਬੜੇ ਯਤਨਾਂ ਨਾਲ ਆਉਂਦੀ ਹੈ। ਪਹਿਲਾਂ ਕਾਂਸ਼ੀ ਜਾਓ ਬਨਾਰਸ, ਉੱਥੇ 12 ਸਾਲ 18 ਸਾਲ ਲੱਗਦੇ ਹੈ ਸੰਸਕ੍ਰਿਤ ਪੜ੍ਹਨ। ਸੰਸਕ੍ਰਿਤ ਇੰਨੀ ਸੌਖੀ ਥੋੜਾ ਵੀ ਇੱਕੋ ਦਿਨ ਹੀ ਆ ਜਾਏਗੀ। ਸੰਸਕ੍ਰਿਤ ਦਾ ਗ੍ਰਾਮਰ ਵਿਆਕਰਨ ਪੜ੍ਹਨਾ ਪੈਂਦਾ, ਉਹਦੇ ਲਘੂ ਸਿਧਾਂਤ, ਮੱਧਿਆ ਸਿਧਾਂਤ, ਸਿਧਾਂਤ ਕੌਮੁਦੀ, ਪਾਣਨੀ ਦੇ ਵਿਆਕਰਨ ਸਾਰੇ ਪੜ੍ਹ ਕੇ ਸੂਤਰ ਕੰਠ ਕਰਕੇ ਫਿਰ ਉਹਦੇ ਨਾਲ ਜੋਤਿਸ਼, ਕਲਪ, ਸਿੱਖਿਆ, ਖਟ ਅੰਗ ਵੇਦ ਦੇ ਪੜ੍ਹਨੇ ਪੈਂਦੇ। 18 ਸਾਲ ਸਹੀ ਮਹੀਨੇ 'ਚ ਲੱਗਦੇ ਆ ਜੇ ਪੜ੍ਹੀਏ ਕਾਸ਼ੀ 'ਚ ਵੇਦ ਪੜ੍ਹਨਾ ਹੋਵੇ। ਮਹਾਰਾਜ ਕਹਿੰਦੇ ਇੰਨੀ ਮਿਹਨਤ ਸੋਨੇ ਦੀ ਥਾਲੀ ਨੂੰ ਕਰਨੀ ਕਿ ਫਟਾਫਟ ਭੁੱਖ ਲੱਗੀ ਰੋਟੀ ਖਾਣੀ, ਦੱਸੋ ਕੀ ਕਰਨਾ। ਹਾਂਜੀ, ਪੁਨ ਹੰਕਾਰ ਹੋਤ ਔਰ ਆਨੀ, ਤੇ ਫਿਰ ਸੰਸਕ੍ਰਿਤ ਪੜ੍ਹ ਕੇ ਨਾ, ਸੰਸਕ੍ਰਿਤ ਪੜ੍ਹ ਕੇ ਇੱਕ ਹੋਰ ਖਤਰਾ ਵੀ ਹੈ, ਹੰਕਾਰ ਹੋ ਜਾਂਦਾ। ਮੈਂ ਬੜਾ ਵਿਦਵਾਨ ਹਾਂ, ਮੈਂ ਬਹੁਤ ਪੜ੍ਹਿਆ ਹੋਇਆ। ਅਕਸਰ ਜ਼ਿਆਦਾਤਰ ਸੰਸਕ੍ਰਿਤ ਪੜ੍ਹੇ ਲੋਕਾਂ ਵਿੱਚ, ਸਾਰੇ ਤਾਂ ਨਹੀਂ ਹੁੰਦੇ ਪਰ ਬਹੁਤਿਆਂ ਵਿੱਚ ਹੰਕਾਰ ਆਉਂਦਾ ਵੀ ਮੈਂ ਬਹੁਤ ਪੜ੍ਹਿਆ ਹੋਇਆ, ਮੈਂ ਪੰਡਿਤ ਹਾਂ, ਮੈਂ ਵਿਦਵਾਨ ਹਾਂ, ਮੈਂ 4 ਵੇਦ ਪੜ੍ਹੇ ਨੇ। ਰਾਵਣ ਨੇ 4 ਵੇਦ ਪੜ੍ਹੇ ਹੋਏ ਸੀ ਪਰ ਹੰਕਾਰ ਬੜਾ ਸੀ। ਰਾਵਣ ਵੀ ਬ੍ਰਾਹਮਣ ਸੀਗਾ, 4 ਵੇਦਾਂ ਦਾ ਗਿਆਤਾ ਸੀ, ਪਰ ਹੰਕਾਰ ਵੀ ਮੈਂ ਬਹੁਤ ਵੱਡਾ। ਸੋ ਵਿਦਿਆ ਪੜ੍ਹ ਕੇ ਹੰਕਾਰ ਵੀ ਆ ਜਾਂਦਾ ਹੈ। ਹਾਂਜੀ, ਸੋਈ ਭਗਤ ਗਿਆਨ ਵਿੱਚ ਭਾਖਾ, ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਉਹੀ ਭਗਤੀ, ਉਹੀ ਗਿਆਨ ਆਮ ਬੋਲ ਚਾਲ ਦੇ ਵਿੱਚ, ਆਮ ਜਿਹੜੀ ਬੋਲੀ ਹੈ ਨਾ, ਆਮ ਬੋਲ ਚਾਲ ਦੇ ਵਿੱਚ ਬਾਬੇ ਨਾਨਕ ਨੇ ਸਾਨੂੰ ਉਹੀ ਵੇਦਾਂ ਸ਼ਾਸਤਰਾਂ ਦੀ ਫਿਲਾਸਫੀ ਸਮਝਾਈ ਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਥਾਲੀ ਨਹੀਂ ਦੇਖੀ, ਰੋਟੀ ਦਿੱਤੀ, ਗਿਆਨ ਦਿੱਤਾ। ਜਿਹੜੀ ਆਤਮਾ ਦੀ ਖੁਰਾਕ ਹੈ, ਜਿਹੜੀ ਸਾਡੀ ਆਤਮਾ ਨੂੰ ਲੋੜ ਹੈ ਗਿਆਨ ਦੀ, ਉਹ ਰੋਟੀ ਬਾਬੇ ਨਾਨਕ ਨੇ ਪਰੋਸ ਦਿੱਤੀ। ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पायो, जिसका सबस आधारो, जे को खावे जे को पुंचै तिसका होएगा। ਆਮ ਲੈਂਗੁਏਜ ਜਿਹੜੀ ਹੈ ਸਾਰਿਆਂ ਨੂੰ ਸਮਝ ਆ ਜਾਏ। ਬਾਬੇ ਨਾਨਕ ਨੇ ਉਹ ਬੋਲੀ। ਸੰਸਕ੍ਰਿਤ ਵੀ ਪੜ੍ਹੇ ਸਨ, ਉਹ ਵੀ ਬੋਲ ਸਕਦੇ ਸੀ ਸੰਸਕ੍ਰਿਤ, ਕੁਝ ਸ਼ਬਦ ਉਹਨਾਂ ਨੇ ਉਚਾਰੇ ਵੀ ਨੇ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਰ ਪੂਜਸ ਬਗਲ ਸਮਾਦਨ, ਮੁਖ ਝੂਠ ਵਿਮੁਖ ਨਸਾਰਨ, ਤੈ ਪਾਲ ਤਿਹਾਲ ਵਿਚਾਰਨ। ਪਰ ਸਾਰੇ ਨਹੀਂ ਨਾ ਸਮਝ ਸਕਦੇ। ਸਾਰਿਆਂ ਨੂੰ ਸਮਝਣ ਲਈ ਪੰਜਾਬੀ ਬੋਲੀ ਵਿੱਚ, ਦੇਸ਼ ਭਾਸ਼ਾ ਵਿੱਚ, ਜਿਹੜੀ ਸਾਰਿਆਂ ਦੀ ਸਮਝ ਆਵੇ ਭਾਸ਼ਾ, ਉਸ ਭਾਸ਼ਾ 'ਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਜਿਸ ਕੋ ਮੁਕਤ ਹੋਣ ਅਭਿਲਾਖਾ, ਮਹਾਰਾਜ ਕਹਿੰਦੇ ਜਿਹਨੂੰ ਮੁਕਤੀ ਦੀ ਇੱਛਾ ਹੋਵੇ, ਕਲਿਆਣ ਚਾਹੁੰਦਾ ਵੀ ਮੇਰਾ ਕਲਿਆਣ ਹੋ ਜਾਏ, ਮੇਰੀ ਮੁਕਤੀ ਹੋ ਜਾਏ, ਉਹ ਫਿਰ ਉਹ ਭੁੱਖਾ ਬੰਦਾ ਸੋਨੇ ਦੀ ਥਾਲੀ ਵੱਲ ਨਹੀਂ ਦੌੜਦਾ, ਉਹ ਰੋਟੀ ਵੱਲ ਦੌੜਦਾ। ਰੋਟੀ ਹੈ ਗੁਰਬਾਣੀ, ਬ੍ਰਹਮ ਗਿਆਨ, ਤੇ ਥਾਲੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਸੰਸਕ੍ਰਿਤ ਆਵੇਗੀ, ਸੰਸਕ੍ਰਿਤ ਨਾ ਆਵੇ। ਪਹਿਲਾਂ ਤਾਂ 15 ਸਾਲ ਕੋਈ ਜਾ ਕੇ ਪੜ੍ਹ ਨਹੀਂ ਸਕਦਾ, 20 ਸਾਲ ਇੰਨਾ ਗਰੀਬ ਆਦਮੀ ਕਿੱਥੇ ਟਾਈਮ ਕੱਢੇ। ਹਰ ਘਰ ਦੇ ਵਿੱਚ ਹਰ ਬੰਦਾ ਜਾ ਕੇ ਨਹੀਂ ਪੜ੍ਹ ਸਕਦਾ। ਫਿਰ ਜੇ ਕੋਈ ਪੜ੍ਹ ਵੀ ਜਾਵੇ, ਸੰਸਕ੍ਰਿਤ ਪੜ੍ਹ ਵੀ ਲਵੇ, ਵੇਦ ਸ਼ਾਸਤਰ ਪੜ੍ਹ ਵੀ ਲਵੇ, ਫਿਰ ਵੀ ਉਹ ਹੰਕਾਰ ਆਉਣ ਦਾ ਖਤਰਾ ਬਈ ਮੈਂ ਪੜ੍ਹਿਆ ਹੋਇਆ। ਗੁਰੂ ਸਾਹਿਬ ਨੇ ਇੱਕ ਹੋਰ ਮਿਸਾਲ ਵੀ ਦਿੱਤੀ ਇਹਦੇ ਪ੍ਰਥਾਏ।
ਉਹ ਕਹਿੰਦੇ ਜਿਵੇਂ ਉੱਤੋਂ ਮੀਂਹ ਪੈ ਗਿਆ, ਸਾਰੀ ਧਰਤੀ ਹਰੀ ਭਰੀ ਹੋ ਗਈ, ਤੇ ਥੱਲਿਓਂ ਖੂਹ ਪੱਟਿਆ। ਪਹਿਲੀ ਗੱਲ ਹੈ ਵੀ ਖੂਹ ਪੱਟਣ ਦੀ ਬੜੀ ਮਿਹਨਤ ਹੈ। ਖੂਹ ਪੱਟਣ ਤੇ ਪੈਸਾ ਵੀ ਲੱਗਦਾ, ਬੰਦਿਆਂ ਦੀ ਮਿਹਨਤ ਲੱਗਦੀ ਹੈ, ਟਾਈਮ ਵੀ ਲੱਗਦਾ। ਫੇਰ ਖੂਹ ਪੱਟ ਕੇ ਪਾਣੀ ਕੱਢਿਆ, ਹੋ ਸਕਦਾ ਖਾਰਾ ਨਿਕਲ ਆਵੇ। ਕਈ ਵਾਰੀ ਖੂਹਾਂ ਦਾ ਪਾਣੀ ਖਾਰਾ ਹੁੰਦਾ, ਸ਼ੋਰੇ ਵਾਲਾ ਹੁੰਦਾ, ਉਹ ਖਾਰਾ ਪਾਣੀ ਪੀ ਕੇ ਬਿਮਾਰ ਹੋ ਜਾਂਦਾ। ਕਹਿੰਦੇ ਸੰਸਕ੍ਰਿਤ ਪੜ੍ਹਨੀ ਬੜਾ ਮਿਹਨਤ ਕਰਕੇ ਔਖੇ ਹੋ ਕੇ, ਤੇ ਉਸ ਤੋਂ ਬਾਅਦ ਫਿਰ ਹੰਕਾਰ ਰੂਪੀ ਖਾਰ ਆ ਜੇ ਵਿੱਚ। ਮੈਂ ਪੜ੍ਹਿਆ ਹੋਇਆ, ਬਹੁਤ ਵਿਦਵਾਨ ਹਾਂ, ਸਾਰੀ ਕੀਤੀ ਕਰਾਈ ਮਿਹਨਤ ਬਿਰਥੀ ਚਲੀ ਗਈ, ਬੇਕਾਰ ਗਈ। ਉੱਤੋਂ ਮੀਂਹ ਪੈ ਗਿਆ, ਖੇਤ ਸਾਰੇ ਹਰੇ ਭਰੇ ਹੋ ਗਏ, ਪੈਸਾ ਵੀ ਕੋਈ ਨਹੀਂ ਲੱਗਾ, ਮਿਹਨਤ ਵੀ ਕੋਈ। ਜਿਹੜੀ ਗੁਰੂ ਕੀ ਬਾਣੀ ਹੈ, ਮੀਂਹ ਪਿਆ ਸਾਰਿਆਂ ਨੂੰ, ਗਰੀਬ ਨੂੰ, ਅਮੀਰ ਨੂੰ, ਹਿੰਦੂ ਨੂੰ, ਮੁਸਲਮਾਨ ਨੂੰ। ਜਿਹੜਾ ਵੇਦਾਂ ਦਾ ਗਿਆਨ ਸੀਗਾ, ਗਿਆਨ ਤਾਂ ਬੜਾ ਮਹਾਨ ਸੀਗਾ। ਗੀਤਾ ਦੇ ਵਿੱਚ, ਵੇਦਾਂ ਦੇ ਵਿੱਚ ਬੜੇ ਉੱਚੇ ਮਹਾਨ ਅੰਮ੍ਰਿਤਮਈ ਬਚਨ ਹਨ। ਉਹ ਮਹਾਂਪੁਰਸ਼ਾਂ ਦੀ ਰਸਨਾ ਤੋਂ ਜੋ ਬਚਨ ਨਿਕਲੇ ਨੇ, ਅਧਿਆਤਮ ਗਿਆਨ ਦੇ ਨੇ। ਪਰ ਕਬਜ਼ਾ ਕਰ ਲਿਆ ਕੁਝ ਲੋਕਾਂ ਨੇ। ਕਹਿੰਦੇ ਸ਼ੂਦਰ ਨੂੰ ਨਹੀਂ ਪੜ੍ਹਨ ਦੇਣੀ, ਜਿਹੜੀ ਨੀਵੀਆਂ ਜਾਤਾਂ ਦੇ ਹਨ ਉਹਨਾਂ ਨੂੰ ਨਹੀਂ ਪੜ੍ਹਨ ਦੇਣੀ। ਫਿਰ ਜਿਹੜੇ ਇਸਤਰੀ ਹੈ, ਇਸਤਰੀ ਨੂੰ ਨਹੀਂ ਪੜ੍ਹਨ ਦੇਣੀ। ਗੁਰਬਾਣੀ ਇਸਤਰੀ ਵੀ ਪੜ੍ਹ ਸਕਦੀ ਹੈ, ਗੁਰਬਾਣੀ ਨੂੰ ਸ਼ੂਦਰ ਵੀ ਪੜ੍ਹ ਸਕਦਾ, ਅਨਪੜ੍ਹ ਵੀ ਪੜ੍ਹ ਸਕਦਾ। ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਵੇਦਾਂ ਸ਼ਾਸਤਰਾਂ ਦਾ ਨਿਚੋੜ, ਤਤਸਾਰ ਗੁਰੂ ਕੀ ਬਾਣੀ 'ਚ ਸੌਖਾ ਜਿਹਾ ਹੀ ਦੇਤਾ ਸਾਨੂੰ। ਬਹੁਤੀ ਮਿਹਨਤ ਕਰਨ ਦੀ, ਬਹੁਤੇ ਖੂਹ ਪੁੱਟਣ ਦੀ ਲੋੜ ਨਹੀਂ, ਉੱਤੋਂ ਹੀ ਮੀਂਹ ਪੈ ਗਿਆ। ਹਾਂਜੀ, ਗੁਰਮਤਿ ਪਾਏ ਸੋ ਹੋਏ ਨਿਹਾਲ। ਸੋ ਭਾਈ ਮਾਧੋ ਸੋਢੀ ਜੀ ਨੇ ਸਮਝਾਇਆ, ਪੰਡਤਾਂ ਨੂੰ, ਕਸ਼ਮੀਰੀ ਪੰਡਤਾਂ ਨੂੰ ਸਮਝਾਇਆ ਵੀ ਭਾਈ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਉਹਨੂੰ ਛੇਤੀ ਹੀ ਬ੍ਰਹਮ ਗਿਆਨ ਹੋ ਜਾਂਦਾ, ਨਿਹਾਲ ਹੋ ਜਾਂਦਾ ਹੈ। ਗੁਰਮਤਿ ਪਾਏ ਸੋ ਹੋਏ ਨਿਹਾਲ, ਗੁਰੂ ਦੀ ਮੱਤ ਲੈ ਕੇ ਨਿਹਾਲ ਹੋ ਜਾਂਦੇ। ਹਾਂਜੀ, ਬ੍ਰਹਮ ਗਿਆਨ ਅਰਕ੍ਰਿਤ ਸਮਚਾਲ। ਇਹ ਗੁਰਬਾਣੀ ਬ੍ਰਹਮ ਗਿਆਨ ਘਿਓ ਵਰਗੀ ਵਸਤੂ ਹੈ। ਦੇਸੀ ਘਿਓ ਜਿਵੇਂ ਹੁੰਦਾ ਨਾ, ਤੱਤ ਕੱਢਿਆ ਹੁੰਦਾ, ਦੁੱਧ ਦਾ, ਦਹੀਂ ਦਾ, ਮੱਖਣ ਦਾ, ਅਖੀਰ ਜਿਹੜਾ ਤੱਤ ਨਿਕਲਦਾ ਉਹ ਘਿਓ ਹੁੰਦਾ। ਸਾਰੇ ਵੇਦਾਂ ਸ਼ਾਸਤਰਾਂ, ਸਿਮਰਤੀਆਂ, ਪੁਰਾਣਾ ਦਾ, ਸਾਰੇ ਧਰਮ ਗ੍ਰੰਥਾਂ ਦਾ, ਦੁਨੀਆ ਦੇ ਜਿੰਨੇ ਗਿਆਨੀ ਮਹਾਂਪੁਰਸ਼ਾਂ ਦੇ ਬੋਲ ਸਨ, ਜਿਨ੍ਹਾਂ ਦੇ ਅਨੁਭਵ ਸਨ, ਉਹ ਸਾਰੇ ਅਨੁਭਵ ਦਾ ਨਿਚੋੜ ਗੁਰਬਾਣੀ ਹੈ। ਆਖੋ ਸ੍ਰੀ ਵਾਹਿਗੁਰੂ। ਹਾਂਜੀ, ਜਿਸ ਕਿਸ ਬਾਸਨ ਰਹਿ ਪੁਨੀਤ। ਕਹਿੰਦੇ ਘਿਓ ਮਿੱਟੀ ਦੇ ਭਾਂਡੇ 'ਚ ਵੀ ਹੋਵੇ ਤਾਂ ਵੀ ਘਿਓ ਹੀ ਰਹਿੰਦਾ। ਆਖੋ ਸ੍ਰੀ ਵਾਹਿਗੁਰੂ। ਘਿਓ ਸੋਨੇ ਦੇ ਭਾਂਡੇ 'ਚ ਹੋਵੇ ਤਾਂ ਹੀ ਘਿਓ ਹੈ, ਤੇ ਘਿਓ ਮਿੱਟੀ ਦੇ ਭਾਂਡੇ 'ਚ ਹੋਵੇ ਤਾਂ ਵੀ ਘਿਓ ਹੈ। ਕਹਿੰਦੇ ਬ੍ਰਹਮ ਗਿਆਨ ਭਾਵੇਂ ਸੰਸਕ੍ਰਿਤ 'ਚ ਹੋਵੇ, ਤੇ ਬ੍ਰਹਮ ਗਿਆਨ ਭਾਵੇਂ ਆਮ ਸਿੱਧੀ ਜੀ ਬੋਲੀ 'ਚ ਹੋਵੇ, ਉਹ ਬ੍ਰਹਮ ਗਿਆਨ ਹੀ ਹੁੰਦਾ। ਇਹ ਅਸੀਂ ਗੁਰੂ ਨਾਨਕ ਸਾਹਿਬ ਨੇ ਘਿਓ ਜਿਹੜਾ ਸੀ ਨਾ, ਸਾਰੇ ਧਰਮ ਗ੍ਰੰਥਾਂ ਦਾ ਘਿਓ ਕੱਢਿਆ। ਉਹ ਘਿਓ ਕੱਢ ਕੇ ਪੰਜਾਬੀ ਬੋਲੀ 'ਚ ਸਾਨੂੰ ਦਿੱਤਾ ਵੀ ਇਹ ਘੱਟ ਤੋਂ ਘੱਟ ਪੜ੍ਹਿਆ ਬੰਦਾ ਵੀ ਬ੍ਰਹਮ ਗਿਆਨ ਲੈ ਕੇ ਮੁਕਤੀ ਨੂੰ ਪਾ ਸਕੇ। ਹਾਂਜੀ, ਅੰਗੀਕਾਰ ਹੈ ਸਭ ਧਰ ਪ੍ਰੀਤ। ਤੇ ਘਿਓ ਨੂੰ ਸਾਰੇ ਗ੍ਰਹਿਣ ਕਰਦੇ ਆ, ਉਹਦਾ ਭਾਂਡਾ ਨਹੀਂ ਕੋਈ ਦੇਖਦਾ। ਪਹਿਲੇ ਪਾਤਸ਼ਾਹ ਦਾ ਬਚਨ ਹੈ, ਤਿਲੰਗਰ ਮਹੱਲਾ ਪਹਿਲਾ, ਘੇ ਪਟ ਭਾਂਡਾ ਕਹਿ ਨਾ ਕੋਏ। ਘਿਓ ਕਿਸੇ ਭਾਂਡੇ 'ਚੋਂ ਆ ਜਾਏ, ਕਦੀ ਕਿਸੇ ਨੇ ਨੱਕ ਚੜਾਈ ਹੈ? ਨਹੀਂ ਜੀ, ਮਿੱਟੀ ਦੇ ਭਾਂਡੇ 'ਚ ਘਿਓ ਮੈਂ ਨਹੀਂ ਖਾਣਾ। ਮਿੱਟੀ ਦੇ ਭਾਂਡੇ 'ਚੋਂ ਵੀ ਘਿਓ ਲੈ ਕੇ ਖਾ ਲੈਂਦੇ ਆ, ਤੇ ਘਿਓ ਸੋਨੇ ਦੇ ਭਾਂਡੇ 'ਚੋਂ ਵੀ ਘਿਓ ਦੇਖਣਾ, ਭਾਂਡਾ ਨਹੀਂ ਦੇਖਣਾ। ਤੁਸੀਂ ਬੋਲੀ ਕਿਉਂ ਦੇਖਦੇ ਹੋ? ਤੁਸੀਂ ਗੁਰਬਾਣੀ ਦੇ ਅੰਦਰ ਦਾ ਗਿਆਨ ਤਾਂ ਦੇਖੋ। ਜਿਹੜੇ ਗੁਰਬਾਣੀ ਪੜ੍ਹਦੇ ਸਾਧ ਸੰਗਤ ਜੀ, ਉਹਨਾਂ ਨੂੰ ਸ਼ਾਂਤੀ ਆਉਂਦੀ ਹੈ। ਪਰ ਜਿਹੜੇ ਬਾਹਰ ਖੜੇ ਦੂਰੋਂ ਹੀ, ਕਈ ਵਾਰੀ ਨਾ ਸਮੁੰਦਰ ਦੇ ਕਿਨਾਰੇ ਤੇ ਖੜੇ ਹੀ ਕਈ ਲੋਕ ਕਹੀ ਜਾਣਗੇ ਤੇ ਖਾਰਾ ਏ, ਖਾਰਾ ਏ, ਖਾਰਾ, ਪਰ ਇਹ ਨਹੀਂ ਦੇਖਦੇ ਖਾਰੇ ਦੇ ਵਿੱਚ ਹੀਰੇ ਮੋਤੀ ਵੀ ਹਨ। ਆਖੋ ਸ੍ਰੀ ਵਾਹਿਗੁਰੂ। ਰਤਨ ਜਵਾਹਰ ਵੀ ਹਨ। ਸੋ ਕਸ਼ਮੀਰੀ ਪੰਡਤ ਸ਼ੰਕਾ ਕਰਦੇ ਸੀ ਵੀ ਇਹ ਤੇ ਆਮ ਬੋਲੀ 'ਚ ਬਾਣੀ ਰਚੀ ਹੈ। ਭਾਈ ਮਾਧੋ ਸਮਝਾ ਰਿਹਾ, ਕਹਿੰਦਾ ਆਮ ਬੋਲੀ ਨਾ ਦੇਖੋ, ਜਿਹੜੀ ਬੋਲੀ ਦੇ ਵਿੱਚ ਗਿਆਨ ਦੀਆਂ ਗੱਲਾਂ ਨੇ, ਬ੍ਰਹਮ ਗਿਆਨ ਹੈ, ਉਹ ਦੇਖੋ। ਹਾਂਜੀ, ਤਿਮ ਕਿਸ
ਬਰਨ ਕਿਸ ਹੋਏ। ਹਾਂ, ਕਿਸੇ ਜਾਤੀ 'ਚ ਹੋਵੇ, ਕਿਸੇ ਵਰਨ 'ਚ ਹੋਵੇ, ਕਿਸੇ ਬਰਾਦਰੀ 'ਚ ਹੋਵੇ, ਮਹਾਂਪੁਰਸ਼ ਹੀ ਹੁੰਦਾ ਹੈ। ਹਾਂਜੀ, ਬ੍ਰਹਮ ਗਿਆਨ ਲਹਿ ਬੁੱਧ ਸਭ ਕੋਏ। ਗੁਰਬਾਣੀ ਤੋਂ ਬ੍ਰਹਮ ਗਿਆਨ ਸਾਰਿਆਂ ਨੂੰ ਮਿਲੇਗਾ, ਇਸਤਰੀ ਨੂੰ ਵੀ ਮਿਲੇਗਾ, ਸ਼ੂਦਰ ਨੂੰ ਵੀ ਮਿਲੇਗਾ। ਵੇਦ ਸ਼ਾਸਤਰਾਂ ਦੇ ਤੁਸੀਂ ਪਾਬੰਦੀ ਲਾਈ ਹੈ ਵੀ ਬ੍ਰਾਹਮਣ ਜਾਂ ਖੱਤਰੀ ਦਵਿਜ ਜਾਤੀਆਂ ਹੀ ਪੜ੍ਹ ਸਕਦੀਆਂ, ਛੋਟੀਆਂ ਜਾਤੀਆਂ ਨੂੰ ਵੇਦ ਦਾ ਅਧਿਕਾਰ ਨਹੀਂ ਦਿੰਦੇ। ਇਸਤਰੀ ਨੂੰ ਤੁਸੀਂ ਵੇਦ ਦਾ ਅਧਿਕਾਰ ਨਹੀਂ ਦਿੰਦੇ, ਪਰ ਗੁਰਬਾਣੀ ਦਾ ਅਧਿਕਾਰ ਸਾਰਿਆਂ ਨੂੰ ਦਿੱਤਾ ਹੈ। ਸੁਰ ਬਾਣੀ ਤੁਮ ਪ੍ਰਥਮ ਵਿਚਾਰੋ। ਸੋ ਪੰਡਤ ਜੀ, ਪਹਿਲਾਂ ਤੁਸੀਂ ਵੇਦ ਸ਼ਾਸਤਰ ਪੜ੍ਹੋ, ਸੰਸਕ੍ਰਿਤ ਪੜ੍ਹੋ। ਹਾਂਜੀ, ਪੁਨ ਭਾਖਾ ਮਹਿ ਅਰਥ ਉਚਾਰੋ। ਫਿਰ ਤੁਸੀਂ ਉਹਦੇ ਅਰਥ ਲੋਕਾਂ ਨੂੰ ਕੱਜ ਦੱਸਦੇ ਹੋ, ਸੰਸਕ੍ਰਿਤ 'ਚ ਕਥਾ ਕਰਦੇ ਹੋ। ਸੰਸਕ੍ਰਿਤ ਦੇ ਗ੍ਰੰਥਾਂ ਦੀ ਕਥਾ ਵੀ ਤੁਸੀਂ ਆਮ ਬੋਲੀ 'ਚ ਹੀ ਕਰਦੇ ਹੋ। ਜੇ ਤੁਸੀਂ ਸੰਸਕ੍ਰਿਤ ਦੀ ਕਥਾ ਕਰੋ ਤੇ ਕਿਸੇ ਨੂੰ ਸਮਝ ਨਹੀਂ ਆਉਣੀ ਕੀ ਬੋਲ ਰਹੇ ਪੰਡਤ ਜੀ। ਸੰਸਕ੍ਰਿਤ ਦਾ ਸ਼ਲੋਕ ਪੜ੍ਹਦੇ, ਉਹਦੇ ਅਰਥ ਫਿਰ ਆਮ ਬੋਲੀ 'ਚ ਕਰਦੇ। ਪੇਂਡੂ ਬੋਲੀ ਜਿਹੜੀ ਆਮ ਪੰਜਾਬ ਦੀ ਹੋਵੇ, ਹਰਿਆਣੇ ਦੀ ਹੋਵੇ, ਯੂਪੀ ਦੀ ਹੋਵੇ, ਜਿਹੜੇ ਇਲਾਕੇ ਦੀ, ਉਹਨੂੰ ਕਹਿੰਦੇ ਆ ਵੀ ਇਲਾਕਾਈ ਬੋਲੀ, ਪ੍ਰਦੇਸ਼ਕ ਭਾਸ਼ਾ, ਜਿਹੜੀ ਇਲਾਕਿਆਂ ਦੀ ਭਾਸ਼ਾ ਹੁੰਦੀ ਹੈ ਨਾ, ਉਸ ਭਾਸ਼ਾ 'ਚ ਕਥਾ ਕਰਦੇ ਪੰਡਤ। ਮਹਾਰਾਸ਼ਟਰ 'ਚ ਵੀ ਪੰਡਤ ਰਹਿੰਦੇ, ਉਹ ਮਰਾਠੀ 'ਚ ਕਥਾ ਕਰਦੇ। ਗੁਜਰਾਤ ਦੇ ਪੰਡਤ ਗੁਜਰਾਤੀ 'ਚ ਕਥਾ ਕਰਦੇ। ਬਿਹਾਰ ਦੇ ਪੰਡਤ ਬਿਹਾਰੀ ਬੋਲੀ 'ਚ ਕਥਾ ਕਰਦੇ। ਗ੍ਰੰਥ ਉਹੀ ਨੇ, ਪਰ ਉਹ ਉੱਥੋਂ ਦੇ ਲੋਕਾਂ ਨੂੰ ਸਮਝਾਉਣ ਲਈ ਉਹ ਬੋਲੀ ਬੋਲਣੀ ਪੈਂਦੀ, ਆਮ ਬੋਲੀ। ਤੇ ਕਿਤੇ ਬਾਬੇ ਨਾਨਕ ਨੇ ਉਸੇ ਬੋਲੀ 'ਚ ਹੀ ਬਾਣੀ ਰਚ ਦਿੱਤੀ ਸਿੱਧੀ, ਵੀ ਸਾਰੇ ਜੇ ਘੱਟ ਤੋਂ ਘੱਟ ਪੜ੍ਹਿਆ ਬੰਦਾ ਵੀ ਪੜ੍ਹੇਗਾ, ਉਹਨੂੰ ਸਮਝ ਆ ਜਾਏਗੀ। ਹਾਂਜੀ, ਭਾਖਾ ਬਿਨ ਜੋ ਕਾਮ ਤੁਹਾਰਾ। ਪੰਡਤ ਜੀ, ਜੇ ਭਾਸ਼ਾ ਤੋਂ ਬਿਨਾਂ ਤੁਹਾਡਾ ਕੰਮ ਸਰਦਾ ਤਾਂ ਦੱਸੋ, ਨਹੀਂ ਨਾ ਸਰਦਾ, ਤੁਹਾਨੂੰ ਆਮ ਭਾਸ਼ਾ ਹੀ ਵਰਤਣੀ ਪੈਂਦੀ ਹੈ ਆਪਣੇ ਪ੍ਰਚਾਰ ਲਈ। ਹਾਂਜੀ, ਪੂਰਨ ਭਇਓ ਨਾ ਲਿਹੋ ਵਿਚਾਰਾ। ਹਾਂ, ਦੇਖੋ ਤੁਹਾਡਾ ਕੰਮ ਪੂਰਾ ਨਹੀਂ ਹੁੰਦਾ, ਵਿਚਾਰ ਕੇ ਦੇਖੋ। ਸੰਸਕ੍ਰਿਤ ਦੇ ਸ਼ਲੋਕਾਂ ਦੀ ਕਥਾ ਤੁਸੀਂ ਵੀ ਆਮ ਬੋਲੀ 'ਚ ਕਰਦੇ ਹੋ। ਸਤ ਨਾਮ ਫਲਦਾਇਕ ਚਾਰ। ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਪੰਡਤ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਇਹ ਚਾਰੇ ਫਲਾਂ ਦਾ ਪ੍ਰਦਾਤਾ ਹੈ। ਧਰਮ, ਅਰਥ, ਕਾਮ, ਮੋਕਸ਼ ਸਾਰਾ ਕੁਝ ਮਿਲ ਜਾਂਦਾ ਇਹਦੇ ਤੋਂ, ਸਤਨਾਮ ਸ੍ਰੀ ਵਾਹਿਗੁਰੂ ਜਪ ਕੇ। ਹਾਂਜੀ, ਗੁਰਮੁਖ ਸਿਮਰਹਿ ਹੋਏ ਉਧਾਰ। ਗੁਰਮੁਖ ਜਨ ਜਪਦੇ ਨੇ, ਉਹਨਾਂ ਦਾ ਉਧਾਰ ਹੁੰਦਾ ਹੈ। ਜਾਤ ਮਾਨ ਤਰ ਜਨਮ ਨਾ ਖੋਵੋ। ਇਸ ਕਰਕੇ ਆਪਣੀ ਜਾਤੀ ਦਾ ਮਾਣ ਨਾ ਕਰੋ ਵੀ ਅਸੀਂ ਬ੍ਰਾਹਮਣ ਹਾਂ, ਤੇ ਆਪਣਾ ਜਨਮ ਐਵੇਂ ਨਾ ਗਵਾਓ। ਪੰਡਤ ਜੀ, ਅੱਗੇ ਵਾਹਿਗੁਰੂ ਦੇ ਦਰਬਾਰ 'ਚ ਕਿਸੇ ਦੀ ਜਾਤ ਨਹੀਂ ਜਾਣੀ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ, ਚੰਗੇ ਸਈ ਕੇ। ਹਾਂਜੀ, ਕਰੋ ਭਗਤ ਪ੍ਰਭ ਸਭ ਮਹਿ ਜੋਗ। ਇਹ ਪੰਡਤ ਜੀ, ਪਰਮੇਸ਼ਰ ਦੀ ਭਗਤੀ ਕਰੋ, ਸਾਰਿਆਂ ਵਿੱਚ ਮਹਾਰਾਜ ਅਕਾਲ ਪੁਰਖ ਜੀ ਨੂੰ ਵੇਖੋ। ਵਾਹਿਗੁਰੂ 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 ਵਾਹਿਗੁਰੂ। ਤੇ ਵਾਹਿਗੁਰੂ ਰਹਿੰਦਾ ਕਿੱਥੇ? ਹਰ ਇਨਸਾਨ ਦੇ ਵਿੱਚ। ਇਹ ਨਹੀਂ ਵੀ ਉੱਪਰ ਕਿਤੇ ਰਹਿੰਦਾ, ਉੱਤੇ ਵੀ ਹੈ, ਥੱਲੇ ਵੀ ਹੈ, ਇੱਥੇ ਵੀ ਹੈ। ਘਟ ਘਟ ਵਿੱਚ ਹਰ ਜੂ ਬਸੈ, ਸਭ ਥਾਂ ਤੇ ਰਹਿੰਦਾ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਦੇਖੋ, ਇਹ ਭਗਤੀ ਦਾ ਰਸਤਾ ਹੈ। ਹਾਂਜੀ, ਕਹਿ ਪੰਡਿਤ ਹਮ ਭਾਖਾ ਕਹੈ। ਤੇ ਪੰਡਿਤ ਕਹਿਣ ਲੱਗੇ, ਅਸੀਂ ਭਾਸ਼ਾ ਵਿੱਚ ਹੀ ਕਥਾ ਕਰਦੇ ਹਾਂ। ਮੂਢਨ ਸਮਝਾਵਨ ਕੋ ਚਾਹੈ। ਅਸੀਂ ਮੂਰਖਾਂ ਨੂੰ ਸਮਝਾਉਣ ਲਈ ਕਰਦੇ ਹਾਂ। ਕਹਿੰਦੇ, ਜਦੋਂ ਭਾਈ ਮਾਧੋ ਨੇ ਆਖਿਆ ਨਾ ਵੀ ਤੁਸੀਂ ਕਥਾ ਭਾਸ਼ਾ 'ਚ ਹੀ ਕਰਦੇ ਹੋ, ਸੰਸਕ੍ਰਿਤ ਦਾ ਤੁਸੀਂ ਸ਼ਲੋਕ ਪੜ੍ਹਦੇ ਹੋ, ਪਰ ਉਹਦੀ ਕਥਾ ਤਾਂ ਭਾਸ਼ਾ 'ਚ ਹੀ ਕਰਦੇ ਹੋ। ਪੰਡਿਤ ਕਹਿੰਦੇ, ਅਸੀਂ ਮੂਰਖਾਂ ਨੂੰ ਸਮਝਾਉਣ ਲਈ ਕਰਦੇ ਹਾਂ। ਹਾਂਜੀ, ਸੁਨ ਮਾਧੋ ਨੇ ਫੇਰ ਬਖਾਨਾ। ਭਾਈ ਮਾਧੋ ਅੱਗੋਂ ਫਿਰ ਬੋਲਿਆ, ਪਾਰ ਬ੍ਰਹਮ ਕਰਤਾਰ ਮਹਾਨਾ। ਦੇਖੋ ਪੰਡਿਤ ਜੀ, ਜੋ ਪ੍ਰਮਾਤਮਾ ਕਰਤਾ ਪੁਰਖ ਵਾਹਿਗੁਰੂ ਨਿਰੰਕਾਰ ਹੈ, ਜਿਸਕੇ ਸਵਾਸ ਵੇਦ ਸਭ ਜੋਵਾ। ਉਹਦੇ ਸਵਾਸ ਜਿਹੜੇ ਹਨ ਉਹ ਵੇਦ ਹਨ। ਐਸਾ ਪੰਡਿਤ ਵੀ ਮੰਨਦੇ ਹਨ ਵੀ ਪ੍ਰਮਾਤਮਾ ਦੇ ਜਿਹੜੇ ਸਵਾਸ ਉਹ 4 ਵੇਦ ਬਣ ਗਏ ਹਨ। ਹਾਂਜੀ, ਸੋ ਸਰੂਪ ਸ਼੍ਰੀ ਨਾਨਕ ਹੋਵਾ। ਤੇ ਉਹ ਪ੍ਰਮਾਤਮਾ ਦਾ ਰੂਪ ਗੁਰੂ ਨਾਨਕ ਦੇਵ ਜੀ ਹੋਏ ਨੇ। ਗੁਰੂ ਨਾਨਕ ਦੇਵ ਜੀ ਦੇ ਸਵਾਸ ਹੀ ਫਿਰ ਵੇਦ ਹਨ। ਹਾਂਜੀ, ਕਲ ਮਹਿ ਮਤ
ਬਹੀਨ ਨਰ ਜਾਣੇ। ਉਸੇ ਗੁਰੂ ਨਾਨਕ ਨੇ ਦੇਖਿਆ ਵੀ ਕਲਯੁਗ ਦੇ ਵਿੱਚ ਲੋਕ ਜਿਹੜੇ ਨੇ ਘੱਟ ਬੁੱਧੀ ਵਾਲੇ ਨੇ, ਇੰਨੇ ਸਿਆਣੇ ਨਹੀਂ ਵੀ ਵੇਦ ਸ਼ਾਸਤਰ ਸਮਝ ਜਾਣ। ਭਾਖਾ ਵਿਖਿਆ ਕਹਿਓ ਕਲਿਆਣੇ। ਉਸੇ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਫਿਰ ਉਹੀ ਬ੍ਰਹਮ ਗਿਆਨ ਆਮ ਬੋਲੀ ਵਿੱਚ ਉਤਰਿਆ। ਆਮ ਬੋਲੀ ਜਿਹੜੀ ਸਭ ਨੂੰ ਸਮਝ ਆਵੇ, ਸਾਰਿਆਂ ਦਾ ਕਲਿਆਣ ਕਰੇ। ਭਾਸ਼ਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਹ ਵੇਦਾਂ ਦਾ ਸ਼ਾਸਤਰਾਂ ਦਾ ਗਿਆਨ ਜਿਹੜਾ ਸੀ, ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ, ਜਿਹੜੇ ਉਸ ਨਾਮ ਨੂੰ ਛੱਡ ਬੈਠੇ ਸਨ ਲੋਕ। ਵੇਦ ਸ਼ਾਸਤਰ ਨੂੰ ਪਹਿਲੀ ਗੱਲ ਤਾਂ ਪੜ੍ਹਨਾ ਹੀ ਆਉਂਦਾ ਨਹੀਂ ਸੀਗਾ, ਬਸ ਰੱਖੇ ਸੀ ਵੇਦ ਨੇ ਜੀ, ਉਹਦੇ ਵਿੱਚ ਕੀ ਲਿਖਿਆ ਉਹਦਾ ਕਿਸੇ ਨੂੰ ਨਹੀਂ ਸੀ ਪਤਾ। ਗੁਰੂ ਨਾਨਕ ਸਾਹਿਬ ਨੇ ਉਹਦਾ ਮੱਖਣ ਕੱਢ ਕੇ, ਤੱਤ ਕੱਢ ਕੇ ਗੁਰਬਾਣੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਰੋਸ ਦਿੱਤਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨ ਜਾਈ, ਨਿਤ ਨਿਤ ਰਖ ਉਤਾਰੋ, ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਗੁਰੂ ਨਾਨਕ ਸਾਹਿਬ ਨੇ ਸਾਰਾ ਬ੍ਰਹਮ ਦਾ ਪਸਾਰਾ ਪ੍ਰਤੱਖ ਦਿਖਾਤਾ ਕਲਯੁਗੀ ਜੀਵਾਂ ਨੂੰ। ਹਾਂਜੀ, ਗੁਰੂ ਸ਼ਬਦ ਤੇ ਹੋਏ ਮਨ ਨੀਵਾ। ਗੁਰੂ ਦੇ ਸ਼ਬਦ ਨਾਲ ਮਨ ਨੀਵਾ ਹੁੰਦਾ ਪੰਡਿਤ ਜੀ। ਗੁਰਬਾਣੀ ਪੜੋਗੇ ਨਾ, ਮਨ ਨੀਵਾ ਹੋਏਗਾ। ਜਦੋਂ ਸਿੱਖ ਰੋਜ਼ ਪੜ੍ਹਦਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਜਦੋਂ ਆਪਣੇ ਰਸਨਾ ਤੋਂ ਇਹੋ ਜਿਹੇ ਸ਼ਬਦ ਪੜ੍ਹਦੇ ਆ ਨਿਮਰਤਾ ਵਾਲੇ, ਤੇ ਮਨ ਨਿਮਰਤਾ ਹੁੰਦੀ ਵੀ ਮੈਂ ਤਾਂ ਬੜਾ ਨੀਵਾਂ ਹਾਂ, ਮੈਂ ਬੜਾ ਪਾਪੀ ਹਾਂ, ਮੈਂ ਬੜਾ ਗੁਨਾਹਗਾਰ ਹਾਂ, ਮੈਂ ਕੁਝ ਵੀ ਨਹੀਂ ਹਾਂ। ਜਦੋਂ ਬੰਦਾ ਨੀਵਾਂ ਹੋ ਜਾਂਦਾ ਉਹਨੂੰ ਗਿਆਨ ਹੋ ਜਾਂਦਾ। ਜਦੋਂ ਬੰਦੇ 'ਚ ਹੰਕਾਰ ਹੁੰਦਾ ਉਹਨੂੰ ਗਿਆਨ ਨਹੀਂ ਹੁੰਦਾ। ਗਿਆਨ ਪ੍ਰਾਪਤੀ ਦਾ ਇੱਕੋ ਹੀ ਸਾਧਨ ਹੈ, ਭਾਵੇਂ ਦੁਨਿਆਵੀ ਵਿਦਿਆ ਵੀ ਹੈ। ਟੀਚਰ ਪ੍ਰੋਫੈਸਰ ਸਕੂਲਾਂ 'ਚ ਪੜ੍ਹਾਉਂਦੇ ਨੇ, ਉਹਨਾਂ ਦੀ ਜਿਹੜੀ ਉਹਨਾਂ ਦੇ ਵਿਦਿਆਰਥੀ ਨੇ ਉਹਨਾਂ ਦੀ ਗੱਲ ਨੂੰ ਜੇ ਮੰਨ ਲੈਣ ਤੇ ਉਹਨਾਂ ਨੂੰ ਗਿਆਨ ਹੋ ਜਾਂਦਾ। ਤੇ ਜੇ ਉਹ ਕਹਿਣ ਨਹੀਂ ਜੀ ਅਸੀਂ ਨਹੀਂ ਮੰਨਦੇ, ਉਹਨੂੰ ਗਿਆਨ ਨਹੀਂ ਹੁੰਦਾ। ਦੁਨਿਆਵੀ ਗੱਲ ਦਾ ਵੀ ਮਨ ਨੀਵਾਂ ਹੋਏਗਾ ਤਾਂ ਹੀ ਮੰਨੇਗਾ। ਜੇ ਮਨ 'ਚ ਹੰਕਾਰ ਹੈ ਉਹਨੇ ਮੰਨਣਾ ਨਹੀਂ। ਪਹਿਲੀ ਗੱਲ ਨੇ ਸੁਣਨਾ ਹੀ ਨਹੀਂ। ਹੰਕਾਰੀ ਬੰਦਾ ਸੁਣ ਵੀ ਨਹੀਂ ਸਕਦਾ ਕਿਸੇ ਦੀ ਗੱਲ, ਤੇ ਫਿਰ ਸੁਣ ਕੇ ਮੰਨਣੀ ਤਾਂ ਹੋਰ ਔਖੀ ਹੈ। ਤੇ ਸੁਣੇ ਮੰਨੇ ਬਿਨਾਂ ਗਿਆਨ ਨਹੀਂ ਹੁੰਦਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਵੱਲ ਨਾਓ। ਨਾਮ ਜਪਣ ਨਾਲ ਵਾਹਿਗੁਰੂ 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 ਲਗਾਤਾਰ ਜਪਣ ਨਾਲ, ਬਹੁਤ ਅਭਿਆਸ ਕਰਨ ਨਾਲ ਇੱਕ ਅਵਸਥਾ ਹੁੰਦੀ ਹੈ ਜਦੋਂ ਮਨ ਨੀਵਾਂ ਹੁੰਦਾ ਹੈ। ਹਾਂਜੀ, ਸੰਸਕ੍ਰਿਤ ਤੇ ਮਾਨ ਵਧੀਵਾ। ਤੇ ਸੰਸਕ੍ਰਿਤ ਪੜ੍ਹ ਕੇ ਤਾਂ ਪੰਡਿਤ ਜੀ ਹੰਕਾਰ ਵਧੀ ਜਾਂਦਾ ਲੋਕਾਂ ਦਾ ਵੀ ਅਸੀਂ ਸੰਸਕ੍ਰਿਤ ਪੜ੍ਹੇ ਹੋਏ ਹਾਂ, ਬੜੇ ਵਿਦਵਾਨ ਹਾਂ। ਹਾਂਜੀ, ਜਨ ਮਾਨੀ ਸ਼੍ਰੀ ਸਤਿਗੁਰ ਬਾਣੀ। ਪੰਡਿਤ ਜੀ ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਸ਼ਰਧਾ ਨਾਲ ਮੰਨੀ ਸੁਣੀ ਹੈ, ਸਰਬ ਸ਼ਕਤ ਜਤ ਕੇ ਬ੍ਰਹਮ ਗਿਆਨੀ, ਉਹ ਬ੍ਰਹਮ ਗਿਆਨੀ ਬਣ ਗਏ। ਦੇਖੋ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼। ਹਾਂਜੀ, ਦੇਸ਼ ਵਿਦੇਸ਼ਨ ਮਹਿ ਬਦਤਾਏ। ਦੇਸ਼ਾਂ ਵਿਦੇਸ਼ਾਂ 'ਚ ਪ੍ਰਗਟ ਹੋ ਗਏ। ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਉਹ ਕਿਹੜੇ ਸੰਸਕ੍ਰਿਤ ਪੜ੍ਹੇ ਹੋਏ ਸੀਗੇ। ਜੁੱਤੀਆਂ ਗੰਢਣ ਵਾਲੇ, ਖੱਡੀਆਂ ਤੇ ਕੱਪੜਾ ਬੁਣਨ ਵਾਲੇ, ਭਾਂਡੇ ਮਾਂਜਣ ਵਾਲੇ, ਧੋਬੀ, ਨਾਈ, ਛੀਂਬੇ, ਕਈ ਜਾਤਾਂ ਦੇ ਸੈਣ ਨਾਈ ਸੀਗਾ, ਤੇ ਸਤਨਾ ਕਸਾਈ ਸੀਗਾ, ਬੱਕਰੇ ਵੱਢਣ ਵਾਲਾ। ਤੇ ਉਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਗੁਰੂ ਦੀ ਬਾਣੀ ਨਾਲ। ਕੋਈ ਪੜ੍ਹੇ ਲਿਖੇ ਨਹੀਂ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇਹ ਕੋਈ ਕੰਡੀਸ਼ਨ ਨਹੀਂ ਵੀ ਬਹੁਤਾ ਪੜ੍ਹਿਆ ਹੋਏਗਾ ਤਾਂ ਹੀ ਬ੍ਰਹਮ ਗਿਆਨੀ ਬਣੇਗਾ। ਨਾਮ ਜਪ ਕੇ ਅਨਪੜ੍ਹ ਵੀ ਬ੍ਰਹਮ ਗਿਆਨੀ ਬਣ ਗਏ। ਵਾਲਮੀਕ ਰਿਸ਼ੀ ਜੀ, ਉਹ ਸਾਧ ਸੰਗਤ ਜੀ ਬਿਲਕੁਲ ਹੀ ਅਨਪੜ੍ਹ ਸੀਗੇ। ਰਾਮ 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 ਜਪਦੇ ਹੋਏ, ਪਹਿਲਾਂ ਤਾਂ ਮਰਾ ਮਰਾ ਹੀ ਜਪਦੇ, ਮਰਾ ਮਰਾ ਤੋਂ ਰਾਮ ਰਾਮ ਹੋ ਗਿਆ। 12 ਸਾਲ ਅਭਿਆਸ ਕੀਤਾ, ਐਡੇ ਵੱਡੇ ਗਿਆਨੀ ਹੋਏ ਵੀ ਰਮਾਇਣ ਲਿਖ ਦਿੱਤੀ। 10,000 ਵਰ੍ਹੇ ਪਹਿਲਾਂ ਹੀ ਲਿਖ ਦਿੱਤਾ ਵੀ ਏਦਾਂ ਹੋਣਾ। ਤੇ ਉਹ ਗਿਆਨ ਕਿੱਥੋਂ ਹੁੰਦਾ? ਨਾਮ ਜਪਣ। ਨਾਮ ਜਪਣ ਨਾਲ ਅਨੁਭਵ ਖੁੱਲਦਾ ਹੈ। ਇਹ ਗੱਲ ਜਪੇ ਤੋਂ ਬਾਅਦ ਹੀ ਪਤਾ ਲੱਗਦੀ ਹੈ, ਪਹਿਲੇ ਨਹੀਂ। ਜਪਣ ਤੋਂ ਬਾਅਦ ਹੀ ਅਵਸਥਾ ਆਏਗੀ ਵੀ ਅਨੁਭਵ ਖੁੱਲਦਾ। ਅਨੁਭਵ ਦੇ ਵਿੱਚੋਂ ਫਿਰ ਸਾਰੇ ਗ੍ਰੰਥ ਸ਼ਾਸਤਰ ਵੇਦ ਪ੍ਰਗਟ ਹੁੰਦੇ ਹਨ। ਅਨੁਭਵ ਸਭ ਦਾ ਪਿਤਾ ਹੈ, ਆਖੋ ਸ੍ਰੀ ਵਾਹਿ।
ਦੁਨੀਆ ਦੇ ਜਿੰਨੇ ਗ੍ਰੰਥ ਨੇ, ਦੁਨੀਆ ਤੇ ਜਿੰਨੀਆਂ ਕਿਤਾਬਾਂ ਨੇ, ਜਿੰਨੇ ਧਰਮ ਗ੍ਰੰਥ ਨੇ, ਹੋਲੀ ਬੁੱਕ ਨੇ, ਸਾਰਿਆਂ ਦਾ ਪਿਓ ਅਨੁਭਵ ਹੈ। ਆਖੋ ਸ੍ਰੀ ਵਾਹਿਗੁਰੂ। ਸਾਰੇ ਗ੍ਰੰਥਾਂ ਦਾ ਪਿਓ ਅਨੁਭਵ ਹੈ। ਤੇ ਅਨੁਭਵ ਨਾਮ ਜਪ ਕੇ ਆਉਂਦਾ। ਅਨੁਭਵ ਫੀਲ ਕਰਨਾ, ਮਹਿਸੂਸ ਕਰਨਾ, ਇਹ ਪਹਿਲੇ ਪਰਮੇਸ਼ਰ ਨੂੰ ਅਨੁਭਵ ਕਰਦੇ, ਫਿਰ ਉਹ ਗਿਆਨ ਬਖਸ਼ਦੇ। ਹਾਂਜੀ, ਛਪੇ ਨਹੀਂ ਉਬਰੇ ਸਮੁਦਾਏ, ਉਹ ਅਨੁਭਵੀ ਪੁਰਸ਼ ਲੁਕੇ ਨਹੀਂ, ਸਾਰੀ ਦੁਨੀਆ 'ਚ ਪ੍ਰਗਟ ਹਨ। ਹਾਂਜੀ, ਇਤਿਆਦਿਕ ਕਹਿ ਬਹੁ ਸਮਝਾਏ। ਇਸ ਤਰ੍ਹਾਂ ਭਾਈ ਮਾਧੋ ਸੋਢੀ ਨੇ ਕਸ਼ਮੀਰੀ ਪੰਡਤਾਂ ਨੂੰ ਸਮਝਾਇਆ। ਹਾਂਜੀ, ਬਚਨ ਪ੍ਰਤਾਪ ਭਏ ਸਿੱਖ ਆਏ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਜੋ ਤੂੰ ਬੋਲੇਗਾ ਸਭ ਮੰਨਣਗੇ। ਭਾਈ ਮਾਧੋ ਨੂੰ ਵਰ ਦਿੱਤਾ ਸੀ, ਜੋ ਤੂੰ ਬੋਲੇਗਾ ਕੋਈ ਮੋੜ ਨਹੀਂ ਸਕੇਗਾ। ਕਸ਼ਮੀਰ 'ਚ ਹਜ਼ਾਰਾਂ ਬਾਹਮਣ ਸਿੱਖ ਬਣ ਗਏ। ਆਪਾਂ ਕਹਿੰਦੇ ਕਸ਼ਮੀਰੀ ਪੰਡਤਾਂ ਸਿੱਖ ਨੇ ਉੱਥੇ ਲੱਖਾਂ ਹੀ, ਹਜ਼ਾਰਾਂ ਹੀ। ਜੰਮੂ ਤੋਂ ਲੈ ਕੇ ਬਾਰਾਮੂਲੇ ਤੱਕ, ਉੜੀ ਤੱਕ, ਸ੍ਰੀਨਗਰ ਤੱਕ ਦਾਸ ਜਾ ਕੇ ਆਇਆ। ਸਾਡੇ ਨਾਲੋਂ ਪੱਕੇ ਸਿੱਖ ਨੇ। ਸਾਡੇ ਤਾਂ ਕਈ ਮੁੰਡੇ ਮੁੱਛਾਂ ਮੁੰਨ ਲੈਣਗੇ, ਕਿ ਦਾੜੀਆਂ ਕੱਟ ਲੈਣਗੇ, ਕਦੀ ਕੁਛ ਕਦੀ ਕੁਛ। ਉੱਥੇ ਇਹ ਨਹੀਂ ਤੁਸੀਂ ਦੇਖ ਸਕਦੇ। ਟੋਟਲੀ ਪਰਿਵਾਰਾਂ ਦੇ ਪਰਿਵਾਰ ਕੇਸ ਕੋਈ ਨਹੀਂ ਕੱਟਦਾ। ਕੋਈ ਕੁਰੈਤ ਜਿਹੜੀ ਉਹਨਾਂ ਦੇ ਘਰ ਨਹੀਂ। ਗੁਰਬਾਣੀ ਪੜ੍ਹਦੇ, ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਦੇ ਨਿਸ਼ਚਾ ਵੀ ਨਹੀਂ ਰੱਖਦੇ। ਉਹ ਸਾਰੇ ਬਾਹਮਣ ਸਿੱਖ ਬਣਾਏ ਭਾਈ ਸਾਹਿਬ, ਭਾਈ ਮਾਧੋ ਜੀ ਨੇ। ਹਾਂਜੀ, ਕਥਾ ਕੀਰਤਨ ਦੋਨੋਂ ਕਾਲ, 2 ਮਿੰਟ ਸਮਾਂ ਭਾਈ ਮਾਧੋ ਜੀ ਕਥਾ ਕਰਦੇ, ਕੀਰਤਨ ਕਰਦੇ, ਤੇ ਪੰਡਤ ਬਾਹਮਣ ਆ ਕੇ ਸੁਣਦੇ ਸਨ। ਹਾਂਜੀ, ਸੁਨਹਿ ਕਰਹਿ ਤਰ ਪ੍ਰੇਮ ਵਿਸਾਲ, ਹਜ਼ਾਰਾਂ ਦੀ ਤਾਦਾਦ 'ਚ ਉਹ ਬ੍ਰਾਹਮਣ ਸਿੱਖ ਬਣਦੇ ਗਏ। ਪਿੰਡਾਂ ਦੇ ਪਿੰਡ ਸਿੱਖ ਬਣ ਗਏ। ਹਾਂਜੀ, ਧਰਮਸਾਲ ਪੁਰ ਬਿਖਾ ਬਣਾਈ, ਤੇ ਉੱਥੇ ਧਰਮਸ਼ਾਲਾ ਬਣਾਤੀ, ਗੁਰਦੁਆਰਾ ਬਣਾ ਦਿੱਤਾ। ਹਾਂਜੀ, ਸੇਵਹਿ ਸਤ ਸੰਗਤ ਸਮੁਦਾਈ, ਉੱਥੇ ਰੋਜ਼ ਸਵੇਰੇ ਸ਼ਾਮ ਕਥਾ ਕੀਰਤਨ ਹੋਣ ਲੱਗ ਪਈ, ਸਤਸੰਗ ਹੋਣ ਲੱਗ ਪਏ। ਸਿੱਖਨ ਸੇਵ ਹੋਣ ਤਬ ਲਾਗੀ, ਸਿੱਖਾਂ ਦੀ ਸੇਵਾ ਹੋਣ ਲੱਗ ਪਈ। ਭਏ ਗੁਰੂ ਪਗ ਕੇ ਅਨੁਰਾਗੀ, ਗੁਰੂ ਚਰਨਾਂ ਦੇ ਪ੍ਰੇਮੀ ਹੋ ਗਏ ਬ੍ਰਾਹਮਣ ਲੋਕ। ਲੈ ਗੁਰ ਕਾਰ ਦਰਸ ਕੋ ਆਵੈ, ਫਿਰ ਉਹ ਬ੍ਰਾਹਮਣ, ਖੱਤਰੀ, ਹੋਰ ਜਾਤਾਂ ਦੇ ਕਸ਼ਮੀਰੀ ਲੋਕ ਇਕੱਠੇ ਹੋ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਤੇ ਆਉਂਦੇ ਰਹੇ। ਕਈ ਤਰ੍ਹਾਂ ਦੀ ਸੇਵਾ ਕਰਦੇ ਰਹੇ। ਕੋਈ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਰਸਤਾਂ ਬਸਤਾਂ ਲੰਗਰ ਲਈ ਲਿਆਉਂਦਾ ਸੀ, ਕੋਈ ਕਸ਼ਮੀਰ ਦੇ ਫਰੂਟ ਲਿਆਉਂਦਾ ਸੀ, ਕੋਈ ਕਸ਼ਮੀਰ ਦੇ ਸ਼ਾਲ ਲਿਆਉਂਦਾ ਸੀ। ਏਦਾਂ ਸਿੱਖ ਉੱਥੋਂ ਫਿਰ ਦਸਵੰਧ ਲੈ ਕੇ ਆਉਂਦੇ ਸੀਗੇ। ਹਾਂਜੀ, ਹੋਤ ਨਿਹਾਲ ਪਰਮ ਸੁਖ ਪਾਵੈ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਰਹੇ ਸਿੱਖ। ਇਨ ਸਿੱਖੀ ਬਿਥਰੀ ਕਸ਼ਮੀਰ, ਇਸ ਤਰ੍ਹਾਂ ਸਿੱਖੀ ਦਾ ਬੂਟਾ ਕਸ਼ਮੀਰ 'ਚ ਲੱਗਾ। ਇਹ ਪ੍ਰਸੰਗ ਚੱਲ ਰਿਹਾ ਅੱਜ ਵੀ। ਕਸ਼ਮੀਰ 'ਚ ਸਿੱਖੀ ਕਿਵੇਂ ਫੈਲੀ? ਕਸ਼ਮੀਰ 'ਚ ਭਾਈ ਮਾਧੋ ਜੀ ਨੇ ਬਹੁਤ ਸਿੱਖੀ ਫੈਲਾਈ। ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਸੀ, ਕੁਝ ਵਿਰਲੀਆਂ ਰੂਹਾਂ ਨੂੰ ਤਾਰਿਆ ਸੀਗਾ, ਪਰ ਭਾਈ ਮਾਧੋ ਜੀ ਨੇ ਬਾਣੀ ਦਾ ਐਸਾ ਪ੍ਰਚਾਰ ਕੀਤਾ, ਹਜ਼ਾਰਾਂ ਹੀ ਸਿੱਖ ਕਸ਼ਮੀਰ 'ਚ ਬਣ ਗਏ। ਬਾਅਦ 'ਚ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਸ੍ਰੀਨਗਰ ਜਾ ਕੇ ਪ੍ਰਚਾਰ ਕੀਤਾ। ਭਾਈ ਕੱਟੂ ਸ਼ਾਹ ਜੀ ਵਰਗੇ ਮੁਸਲਮਾਨ ਸਿੱਖ ਬਣਾਤੇ। ਮਾਈ ਭਾਗ ਭਰੀ ਦੇ ਭਾਗ ਜਾਗ ਪਏ। ਹਾਂਜੀ, ਸਿਮਰਹਿ ਸਤਨਾਮ ਧਰ ਧੀਰ, ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਸ਼ਮੀਰ ਦੀਆਂ ਪਹਾੜੀਆਂ ਵਿੱਚ, ਘਾਟੀਆਂ 'ਚ ਹੋਣ ਲੱਗਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਮਾਧੋ ਜੀ ਨੂੰ ਗੁਰੂ ਅਰਜਨ ਦੇਵ ਜੀ ਕਸ਼ਮੀਰ ਭੇਜ ਕੇ ਸਿੱਖੀ ਦਾ ਬੂਟਾ ਲਾਇਆ। ਉਹ ਕਥਾ ਆਪਾਂ ਸਰਵਣ ਕੀਤੀ। ਅੱਗੇ ਹੋਰ ਗੁਰਸਿੱਖਾਂ ਦੇ ਪ੍ਰਸੰਗ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ